ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਜੱਜ ਦਾ ਵਿਚਾਰ ਲੈ ਕੇ ਹਾਜ਼ਰ ਹਾਂ। ਹਰ ਰੋਜ਼ ਦੀ ਤਰ੍ਹਾਂ ਹੀ ਹਰਮਨ ਸਿੰਘ ਜੀ ਨਾਲ ਨੇ ਤੇ ਪਹਿਲਾਂ ਕਰਦੇ ਸਵਾਗਤ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ? ਬਹੁਤ ਹੀ ਵਧੀਆ, ਚੜ੍ਹਦੀ ਕਲਾ। ਟਾਣਾ ਸਾਹਿਬ, ਗਰਮੀ ਨੇ ਤਾਂ ਵੱਟ ਕੱਢੇ ਪਏ ਨੇ। ਗਰਮੀ ਵੀ ਆ ਤੇ ਸੁਸਤੀ ਜੀ ਵੀ ਪਈ ਆ ਜੀ ਬਿਲਕੁਲ। ਹੱਡ ਭਰਨੀ ਜੀ ਲੱਗੀ ਪਈ ਆ, ਪਤਾ ਨਹੀਂ ਕਿਉਂ ਜੀ ਸਰੀਰ ਟੁੱਟਦਾ ਜਿਹਾ ਹੈ ਨਾ। ਉਹਦੇ ਪਿੱਛੇ ਕਾਰਨ ਸ਼ਾਇਦ ਇਹ ਵੀ ਹੋ ਸਕਦਾ ਟਾਣਾ ਸਾਹਿਬ ਕਿ ਹੁਣੇ ਤੋਂ ਹੀ ਪੱਖੇ ਜਿਹੜੇ ਉਹ ਚੱਲ ਗਏ, ਏਸੀ ਚੱਲਣ ਲੱਗ ਗਏ ਨੇ ਦਫ਼ਤਰਾਂ ਦੇ ਵਿੱਚ, ਤੇ ਫਿਰ ਜਦੋਂ ਬਾਹਰ ਅੰਦਰ ਇਨਸਾਨ ਜਾਂਦਾ ਹੈ ਤੇ ਉਹਦੇ ਕਰਕੇ ਕਿਤੇ ਨਾ ਕਿਤੇ ਗਰਮ ਸਰਦ ਹੋ ਜਾਂਦਾ ਸ਼ਾਇਦ, ਕਿਉਂਕਿ ਬਾਹਰ ਧੁੱਪ ਤੇ ਗਰਮੀ ਲੋੜਿਆਂ ਦੀ ਹੈ ਤੇ ਉਹਦੇ ਕਰਕੇ ਸ਼ਾਇਦ ਸਰੀਰ ਜਿਹੜਾ ਟੁੱਟ ਰਿਹਾ। ਦੇਖੋ, ਮੈਨੂੰ ਇਹ ਲੱਗਦਾ ਵੀ ਜਿਹੜੇ ਪੱਖੇ ਆ ਨਾ, ਇਹ ਪਿੰਡੇ ਨੂੰ ਜੋੜ ਜਾ ਦਿੰਦੇ ਆ। ਇਹ ਜਿਹੜੇ ਜੋੜਾਂ ਦੇ ਵਿੱਚ ਨਾ ਸਮੱਸਿਆ ਜੀ ਪੈਦਾ ਕਰਦੇ ਆ। ਅੱਛਾ। ਪੱਖਾ ਜੇ ਤੇਜ਼ ਨਾ ਕਰਗੇ ਤਾਂ ਮੱਛਰ ਨਹੀਂ ਉੱਡਦਾ, ਤੇ ਤੇਜ਼ ਕਰ ਲਈਏ ਤਾਂ ਬੰਦੇ ਦੇ ਹੱਡ ਪੈਰ ਦੁਖਣ ਲੱਗ ਪੈਂਦੇ ਆ। ਇਹ ਹੈਗੀ ਆ ਕੋਈ ਨਾ ਕੋਈ ਵਿਚਾਲੇ ਗੱਲ, ਸਮੱਸਿਆ ਤਾਂ ਹੈ। ਤੇ ਦਰਸ਼ਕਾਂ ਨੂੰ ਬੇਨਤੀ ਹੈ ਵੀ ਜਦੋਂ ਤੁਸੀਂ ਸਵੇਰੇ ਉੱਠਦੇ ਆ, ਤੁਹਾਨੂੰ ਵੀ ਇਦਾਂ ਦੀ ਸਮੱਸਿਆ ਆਉਂਦੀ ਕਿ ਨਹੀਂ, ਦੱਸਿਓ। ਵਾਹ, ਕੀ ਸਵਾਲ ਪੁੱਛਿਆ ਟਾਣਾ ਸਾਹਿਬ। ਵੈਸੇ ਬਾਰੇ ਬਲਿਆਰੇ ਜਾਵਾਂ, ਇੰਨਾ ਮਹੱਤਵਪੂਰਨ ਸਵਾਲ ਪੁੱਛ ਲੈਣਾ ਅੱਜ। ਬਾਈ ਟੱਬਰ ਤੇ ਜੀ ਆ, ਉਹਨਾਂ ਨੂੰ ਪੁੱਛਾਂਗੇ ਫੇਰ ਹੀ ਪਤਾ ਲੱਗੂ ਵੀ ਸਾਡੇ ਉਹੀ ਸਮੱਸਿਆ, ਨਹੀਂ ਤਾਂ ਐਵੇਂ ਕੱਲ ਨੂੰ ਕਹਿ ਦੇਣਗੇ ਵੀ ਟੈਸਟ ਕਰਾ ਲਓ। ਤੇ ਤੁਹਾਡੇ ਵਾਲਾ ਰੈਗੂਲੇਟਰ ਜਿਹੜਾ ਉਹ 4 ਤੱਕ ਹੀ ਚੱਲਣਾ ਸ਼ੁਰੂ ਹੋਇਆ ਕਿ 6-7 ਤੇ ਚੱਲ ਜਾਂਦਾ? ਉਹ ਠੀਕ ਹੀ ਨਹੀਂ ਹੁੰਦਾਗਾ। ਅੱਛਾ ਜੀ, 6 ਤੇ ਜਾਂਦਾ। ਸਾਡੇ ਨਾ ਲੱਗੀਆਂ ਹੋਈਆਂ ਕਾਲੀਆਂ ਜੀਆਂ ਭੂਰੀਆਂ ਜੀਆਂ ਸੁੱਚਾਂ, ਹਾਂਜੀ, ਉਹ ਕਹਿੰਦੇ ਵੀ ਹੁਣੇ ਆਉਂਦੀਆਂ ਹੀ ਨਹੀਂ, ਹੁਣ ਚਿੱਟੀਆਂ ਹੋਣਗੀਆਂ। ਓਹੋ, ਮੈਂ ਕਿਹਾ ਇਹਨੂੰ 5 ਤੇ ਹੀ ਰਹਿਣ ਦੇ, ਅਸੀਂ ਸਾਰ ਲਾਂਗੇ। ਹਾਂ, ਕਹਿੰਦਾ ਵੀ ਇਹ ਨਾ ਪੁਰਾਣੀ ਕੰਪਨੀ ਦੀਆਂ। ਅੱਛਾ ਜੀ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਆਪਾਂ ਵੀ ਤਾਂ ਹੁਣ ਪੁਰਾਣੇ ਹੋ ਹੀ ਗਏ ਆ। ਬਿਲਕੁਲ ਸਹੀ ਹੈ। ਤੇ ਸਭ ਤੋਂ ਪਹਿਲਾਂ ਟਾਣਾ ਸਾਹਿਬ ਫਿਰ ਚਾਹੀਦਾ ਵਿਚਾਰ ਸਾਂਝਾ ਪਹਿਲ ਤੁਹਾਡੀ। ਨਾ ਪਹਿਲਾਂ ਤੁਸੀਂ। ਨਹੀਂ, ਮੈਂ ਹਮੇਸ਼ਾ ਹੀ ਪਹਿਲ ਕਰਦਾ। ਨਹੀਂ, ਫਿਰ ਕੀ ਹੋ ਗਿਆ? ਉਮਰ ਦਾ ਮੋੜ ਚਾਹੇ ਕੋਈ ਵੀ ਹੋਵੇ, ਉਮਰ ਦਾ ਮੋੜ ਚਾਹੇ ਕੋਈ ਵੀ ਹੋਵੇ, ਬਸ ਧੜਕਣਾਂ ਦੇ ਅੰਦਰ ਨਸ਼ਾ ਜ਼ਿੰਦਗੀ ਜਿਉਣ ਦਾ ਹੋਣਾ ਚਾਹੀਦਾ। ਵਾਹ, ਤੇ ਇਹ ਗੱਲ ਹਰ ਇੱਕ ਨੂੰ ਆਪਣੇ ਆਪ ਤੇ ਲਾਗੂ ਵੀ ਕਰਨੀ ਚਾਹੀਦੀ ਹੈ। ਬਿਲਕੁਲ ਕਰਨੀ ਚਾਹੀਦੀ ਹੈ। ਕਹਿਣੀ ਤੇ ਕਥਨੀ 'ਚ ਫਰਕ ਨਹੀਂ ਹੋਣਾ ਚਾਹੀਦਾ। ਬਿਲਕੁਲ ਨਹੀਂ ਹੋਣਾ ਚਾਹੀਦਾ। ਹਰ ਇਨਸਾਨ ਨੂੰ ਆਪਣੇ ਜੀਵਨ ਦੇ ਵਿੱਚ ਇਹਨਾਂ ਗੱਲਾਂ ਨੂੰ ਉਤਾਰ ਲੈਣਾ ਚਾਹੀਦਾ ਹੈ, ਜਜ਼ਬ ਕਰ ਲੈਣਾ ਚਾਹੀਦਾ ਹੈ, ਬਿਲਕੁਲ ਪੂਰੀ ਤਰ੍ਹਾਂ ਦੇ ਨਾਲ ਆਪਣੇ ਉੱਪਰ ਲਾਗੂ ਕਰ ਲੈਣੀਆਂ ਚਾਹੀਦੀਆਂ ਨੇ ਇਹ ਗੱਲਾਂ। ਮੈਂ ਕੀ ਕਹਿੰਦੇ ਹੁੰਦੇ ਆ ਕਿ ਥੋੜਾ ਜਿਹਾ ਜ਼ੋਰ ਦੇ ਕੇ ਇਹ ਗੱਲ ਕਹਿਣਾ ਚਾਹੁੰਦੀ ਹਾਂ ਕਿ ਹਰ ਇੱਕ ਇਨਸਾਨ ਨੂੰ ਇਹਨਾਂ ਗੱਲਾਂ ਦੇ ਉੱਪਰ ਜ਼ਰੂਰ ਵਿਚਾਰ ਕਰਨੀ ਚਾਹੀਦੀ ਹੈ। ਚਾਹੀਦਾ ਵਿਚਾਰ ਦੁਹਰਾਇਓ। ਨਹੀਂ, ਜਿਹੜੀ ਪਰਸੋਂ ਪੱਕੀ ਭਿੰਡੀ ਮੈਂ ਖਾਧੀ ਸੀ, ਅੱਜ ਤੁਸੀਂ ਖਾ ਲਈ। ਨਹੀਂ, ਇੱਕ ਵਾਰ ਦੁਹਰਾਇਓ। ਉਮਰ ਦਾ ਮੋੜ ਚਾਹੇ ਕੋਈ ਵੀ ਹੋਵੇ, ਪਰ ਧੜਕਣਾਂ ਦੇ ਅੰਦਰ ਨਸ਼ਾ ਜ਼ਿੰਦਗੀ ਜਿਉਣ ਦਾ ਹੋਣਾ ਚਾਹੀਦਾ। ਜੀ ਟਾਣਾ ਸਾਹਿਬ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਠੀਕ ਆ। ਹੁਣ ਮੈਂ ਇਦਾਂ ਕਿਉਂ ਕਹਿ ਰਹੀ ਹਾਂ, ਇਹ ਵੀ ਦੱਸ ਦਿਓ। ਦੱਸੋ ਵੀ ਕਿਉਂ ਕਹਿੰਦੇ ਹੋ? ਤੁਸੀਂ ਦੱਸੋ ਕਿਉਂ ਕਹਿੰਦੀ ਆ। ਮੈਨੂੰ ਕੀ ਪਤਾ? ਤੁਹਾਨੂੰ ਸਭ ਪਤਾ ਹੈ। ਮੈਨੂੰ ਕੁਝ ਨਹੀਂ ਪਤਾ, ਬਾਅਦ ਦੇ ਵਿੱਚ ਦਰਸ਼ਕ ਕਹਿਣਗੇ ਨਿੱਜੀ ਮਸਲੇ ਲੈ ਕੇ ਬੈਠ ਜਾਂਦੇ ਆ। ਨਹੀਂ, ਆਪਣੇ ਪਰਿਵਾਰਕ ਜੀ ਨੇ। ਮੈਂ ਤਾਂ ਇਹ ਕਹਿਣਾ ਚਾਹੁੰਦੀ ਆ ਕਿ ਕਦੇ ਵੀ ਉਮਰ ਇੱਕ ਸਿਰਫ ਨੰਬਰ ਆ। ਉਮਰ ਜਿਹੜੀ ਹੈ ਉਹ ਸਿਰਫ ਇੱਕ, ਜਿੰਨੇ ਸਾਲ ਤੁਸੀਂ ਜਿਉ ਲੈਣੇ ਉਹਦਾ ਇੱਕ ਨੰਬਰ ਹੈ। ਉਮਰ ਦੇ ਨਾਲ ਕਦੇ ਵੀ ਇਹ ਚੀਜ਼ਾਂ ਮੈਨੂੰ ਨਹੀਂ ਲੱਗਦਾ ਕਿ ਲਾਗੂ ਹੁੰਦੀਆਂ ਨੇ ਕਿ ਇਸ ਉਮਰ 'ਚ ਆ ਨਹੀਂ ਕਰੀਦਾ ਤੇ ਇਸ ਉਮਰ 'ਚ ਆ ਨਹੀਂ ਕਰੀਦਾ। ਜ਼ਿੰਦਗੀ ਜਿਉਣ ਦੇ ਲਈ ਇੱਕ ਵਾਰ ਮਿਲਦੀ ਹੈ। ਜੇ ਹੁਣ ਮੈਂ ਵਿਚਾਲੇ ਕਰਾਂ ਉਮਰਾਂ 'ਚ ਕੀ ਰੱਖੇ ਆ, ਦਿਲ ਹੋਣਾ ਚਾਹੀਦਾ ਜਵਾਨ। ਇਹ ਵੀ ਪੁੱਛਦਾ ਹੈ, ਉਹ ਵੀ ਪੁੱਛਦਾ ਹੈ। ਨਹੀਂ, ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜ਼ਿੰਦਗੀ ਇੱਕ ਵਾਰ ਜਿਉਣ ਲਈ ਮਿਲਦੀ ਹੈ, ਤੇ ਜੇ ਇੱਕ ਵਾਰ ਹੀ ਚੰਗੀ ਤਰ੍ਹਾਂ ਜੀ ਲਈ ਜਾਏ ਤਾਂ ਇੱਕ ਵਾਰ ਹੀ ਕਾਫੀ ਹੈ। ਇਸ ਲਈ ਖੁੱਲੇ ਦਿਲ ਨਾਲ ਜ਼ਿੰਦਗੀ ਜੀਓ। ਠੀਕ ਹੈ, ਕੋਈ ਫਰਕ ਨਹੀਂ ਪੈਂਦਾ ਕਿੰਨੀ ਉਮਰ ਹੈ। ਓਕੇ, ਫਿਰ ਗੱਲ ਆਪਣੀ ਸ਼ੁਰੂ ਕਰੋ ਨਾ। ਹੁਣ ਤੁਹਾਡਾ ਚੱਜ ਦਾ ਵਿਚਾਰ ਕਿਹੜਾ? ਮੇਰਾ ਚੱਜ ਦਾ ਵਿਚਾਰ ਇਹ ਹੈ, ਕਹਿੰਦੇ ਹਮੇਸ਼ਾ ਹੰਕਾਰ ਉਸ ਇਨਸਾਨ 'ਚ ਹੁੰਦਾ ਜਿਹਨੇ ਕਦੇ ਸੰਘਰਸ਼ ਨਾ ਕੀਤਾ ਹੋਵੇ। ਹੰਕਾਰਿਆ ਸੋ ਮਾਰਿਆ। ਹਾਂ, ਹਾਲੇ ਪੂਰਾ ਨਹੀਂ ਸੀ ਹੋਇਆ। ਹਮੇਸ਼ਾ ਹੰਕਾਰ ਉਸ ਇਨਸਾਨ 'ਚ ਹੁੰਦਾ ਜਿਹਨੇ ਕਦੇ ਸੰਘਰਸ਼ ਨਾ ਕੀਤਾ ਹੋਵੇ। ਨਹੀਂ ਤਾਂ ਸੰਘਰਸ਼ ਕਰਨ ਵਾਲਾ ਬੰਦਾ ਹਮੇਸ਼ਾ ਦੂਜੇ ਦੀ ਮਿਹਨਤ ਦੀ ਕਦਰ ਕਰਦਾ ਹੈ। ਬਿਲਕੁਲ ਗੱਲ ਸਹੀ ਹੈ। ਜਿਹੜੇ ਬੰਦੇ ਨੇ ਸੰਘਰਸ਼ ਦੇ ਨਾਲ ਮੁਕਾਮ ਹਾਸਲ ਕੀਤਾ ਨਾ, ਉਹਦੇ ਕੋਲੇ ਤਾਂ ਇੰਨਾ ਸਮਾਂ ਹੀ ਹੈ ਨਹੀਂ ਵੀ ਲੱਤ ਫਸਾਵੇ ਕਿਸੇ ਪਾਸੇ ਜਾ ਕੇ। ਵਿਹਲਾ ਦਿਮਾਗ ਸ਼ੈਤਾਨ ਦਾ ਘਰ। ਵਿਹਲੜ ਲੋਕ ਆ ਜਿਹੜੇ, ਉਹੀ ਕਦੇ ਉਧਰ ਕਿਤਿਤ ਕਰ ਲਈ, ਕਦੇ ਉਧਰ ਕਿਤਿਤ ਕਰ ਲਈ, ਕਦੇ ਉਧਰ ਤੂੰਬਾ ਲਾਤਾ, ਕਦੇ ਉਧਰ ਤੂੰਬਾ ਲਾਤਾ। ਭਾਈ ਆਪ ਕੁਛ ਕਰੋ ਜ਼ਿੰਦਗੀ 'ਚ। ਮੱਚੀ ਜਾਂਦੇ, ਭੁੱਜੀ ਜਾਂਦੇ ਵੀ ਉਹਨੇ ਐਂ ਕਿਉਂ ਕਰ ਲਿਆ, ਉਹਦੇ ਐਂ ਚਰਚਾ ਹੋ ਗਈ, ਉਹਦਾ ਕੰਮ ਚੱਲ ਪਿਆ, ਉਹਦਾ ਐਂ ਆ। ਮਹਾਰਾਜ ਨੇ ਅਕਲ ਦਿੱਤੀ ਹੈ ਸਭ ਨੂੰ। ਸਾਰੇ ਜਾਣੇ ਮਿਹਨਤ ਕਰੋ, ਆਪਦੇ ਕੰਮ ਤੱਕ ਸੀਮਤ ਰਹੋ। ਜੀ, ਸਾਰਿਆਂ ਦੇ ਦਿਮਾਗ ਉਹੋ ਜਿਹੇ ਲਗਾਏ ਨੇ ਰੱਬ ਨੇ। ਕਈ ਵਰਤ ਲੈਂਦੇ ਨੇ ਤੇ ਕਈਆਂ ਨੇ ਸ਼ਾਇਦ ਸਹੁੰ ਖਾਦੀ ਹੁੰਦੀ ਆ, ਵਿੱਚ ਰੀਟ ਵੀ ਨਹੀਂ ਲੱਗਣ ਦੇਣੀ, ਐਂ ਮੋੜ ਦੇਣਾ। ਧਰਮਰਾਜ ਨੂੰ ਡੱਬਾ ਬੰਦ ਹੀ ਮੋੜਨਾ। ਆਪਾਂ ਕਹਾਂਗੇ ਜੀ ਪੈਕਿੰਗ ਖੋਲੀ ਨੀ ਗੀ। ਬਿਲਕੁਲ ਆ ਦੇਖੋ ਜੀ, ਹੈ ਨਾ ਲਿਸ਼ਕਾਰੇ ਮਾਰਦਾ ਉਵੇਂ। ਮਜਾਲ ਆ ਭੋਰਾ ਵੀ ਵਰਤਿਆ ਹੋਵੇ, ਕੋਈ ਸਕ੍ਰੈਚ ਰੀਟ ਕੁਝ ਵੀ ਨਹੀਂ ਹੈ ਉਹਦੇ ਉੱਤੇ। ਸੋ ਇਦਾਂ ਨਾ ਕਰੋ, ਮਿਹਨਤ ਕਰੋ। ਹਰ ਇੱਕ ਨੂੰ ਘਰ ਪੈਰ ਉਹੋ ਜਿਹੇ ਦਿੱਤੇ ਨੇ ਰੱਬ ਨੇ, ਹਰ ਇੱਕ ਨੂੰ ਦਿਮਾਗ ਉਹੋ ਜਿਹਾ ਦਿੱਤਾ ਰੱਬ ਨੇ, ਬਸ ਲੋੜ ਹੈ ਇਹਨੂੰ ਵਰਤਣ ਦੀ। ਸੋ ਇਸ ਲਈ ਮਿਹਨਤ ਕਰੋ, ਤੇ ਜੇਕਰ ਕੋਈ ਮਿਹਨਤ ਕਰ ਰਿਹਾ ਤਾਂ ਉਹਦੀ ਸ਼ਲਾਘਾ ਵੀ ਕਰੋ, ਕਿਉਂਕਿ ਮਿਹਨਤ ਕਰਨ ਵਾਲੇ ਬੰਦੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਸਹੀ। ਜੱਜ ਦਾ ਵਿਚਾਰ। ਹਰਮਨ ਜੀ, 23 ਮਾਰਚ ਨੂੰ
ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ। ਦੇ ਸ਼ਹੀਦੀ ਦਿਹਾੜੇ ਦੇ ਮੌਕੇ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਨਾ ਐਂਟੀ ਕਰਪਸ਼ਨ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ। ਜੀ, ਕੀਤਾ ਸੀ। ਉਹ ਨੰਬਰ ਸੀਗਾ ਮੇਰੇ ਖਿਆਲ 9501200200 ਜੀ 9501200200 ਜੀ। ਇਹਦੇ ਉੱਤੇ ਲੋਕ ਸ਼ਿਕਾਇਤਾਂ ਦਰਜ ਕਰਨ ਜਿਹੜੇ ਲੋਕਾਂ ਦੇ ਕੋਲੋਂ ਰਿਸ਼ਵਤ ਮੰਗੀ ਜਾਂਦੀ ਹੈ। ਆਡੀਓ ਕਲਿੱਪ ਤੇ ਵੀਡੀਓ ਕਲਿੱਪ ਦੇ ਰੂਪ ਦੇ ਵਿੱਚ ਗੁੱਡ ਮਾਰਨਿੰਗ ਵਾਲਾ ਪੱਤਾ ਬਿਲਕੁਲ ਨਹੀਂ ਭੇਜਣਾ ਇਸ ਨੰਬਰ ਤੇ। ਪਹਿਲਾਂ ਵੀ ਬੇਨਤੀ ਸੀ, ਅੱਜ ਵੀ ਹੈ, ਜੀ। ਪਰ ਪਤਾ ਲੱਗਾ ਜੀ ਕਿ ਸਿਰਫ 7 ਦਿਨ ਦੇ ਵਿੱਚ ਇੱਥੇ 1,52,000 ਤੇ 30 ਸ਼ਿਕਾਇਤਾਂ ਪਹੁੰਚ ਗਈਆਂ। ਬਿਲਕੁਲ ਸਹੀ। ਆਡੀਓ ਤੇ ਵੀਡੀਓ ਕਲਿੱਪ ਦੇ ਰੂਪ ਦੇ ਵਿੱਚ ਕਿਸੇ ਨੇ ਉਹਦਾ ਸ਼ਿਕਾਇਤ ਲਿਖ ਕੇ ਭੇਜੀ ਵੀ ਫਲਾਣੇ ਨੇ ਫਲਾਣੇ ਕੰਮ ਦੇ ਪੈਸੇ ਲਏ, ਫਲਾਣੇ ਨੇ ਫਲਾਣਾ ਕੰਮ ਕਰਨ ਬਦਲੇ ਪੈਸੇ ਮੰਗੇ, ਫਲਾਣਾ ਪਿਛਲੇ ਇੰਨੇ ਮਹੀਨੇ ਤੋਂ ਸਾਨੂੰ ਤੰਗ ਕਰ ਰਿਹਾ, ਤੇ ਇਹਦੇ ਵਿੱਚੋਂ ਦੋਵਾਂ ਦੇ ਉੱਤੇ ਹੁਣ ਤੱਕ ਕਾਰਵਾਈ ਹੋਈ ਹੈ। ਤੇ ਬਾਕੀ ਸ਼ਾਇਦ ਹਾਲੇ ਪੜਤਾਲ ਹੋਊਗੀ ਜਾਂ ਕੋਈ ਸਿਸਟਮ ਅਪਣਾਇਆ ਜਾਊਗਾ, ਪਰ ਦੋਵਾਂ ਦੇ ਵਿੱਚੋਂ ਇੱਕ ਹੈਗਾ ਜੀ ਰੈਵਨਿਊ ਵਿਭਾਗ ਦੀ ਬੀਬੀ ਜਿਹੜੀ ਨੌਕਰੀ ਦੇਣ ਦੇ ਦਾਅਵੇ ਕਰਦੀ ਸੀ, ਵਾਅਦੇ ਕਰਦੀ ਸੀ, ਲਾਰੇ ਲਾਉਂਦੀ ਸੀ, ਉਹਦੇ ਉੱਤੇ ਪੁਲਿਸ ਨੇ ਪਰਚਾ ਦਰਜ ਕੀਤਾ। ਇੱਕ ਪੁਲਿਸ ਕਰਮਚਾਰੀ ਆ ਜਿਹੜਾ ਕਿ ਹਿੱਸਾ ਪੱਤੀ ਮੰਗਦਾ ਸੀ ਵੀ ਤੁਹਾਡੇ ਪੁਰਾਣੇ ਪੈਸੇ ਕਢਵਾ ਦਿੰਨਾ, ਤੇ ਉਹਦੇ ਉੱਤੇ ਪਰਚਾ ਦਰਜ ਹੋਇਆ। ਯਾਨੀ ਕਿ ਦੋਵਾਂ ਦੇ ਉੱਤੇ ਕਾਰਵਾਈ ਦੀ ਗੱਲ ਸਾਹਮਣੇ ਆਈ ਹੈ। 1,52,000 ਤੇ 30 ਸ਼ਿਕਾਇਤਾਂ ਹੁਣ ਤੱਕ ਦਰਜ ਹੋਈਆਂ ਇਸ ਹੈਲਪਲਾਈਨ ਨੰਬਰ ਦੇ ਉੱਤੇ। 1 ਮਿੰਟ ਦੇ ਵਿੱਚ 15 ਸ਼ਿਕਾਇਤਾਂ ਆ ਰਹੀਆਂ। 1 ਮਿੰਟ 'ਚ 15 ਸ਼ਿਕਾਇਤਾਂ। ਟਾਣਾ ਸਾਹਿਬ ਦੇਖੋ, ਹਰ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ, ਹਨਾ। ਆਪਾਂ ਹਰੇਕ ਪਹਿਲੂ ਵੱਲ ਜੇ ਝਾਤ ਮਾਰੀਏ ਤਾਂ ਸਭ ਤੋਂ ਪਹਿਲੀ ਚੀਜ਼ ਇਹ ਤੁਸੀਂ ਇਹ ਵੇਖੋ ਕਿ ਭ੍ਰਿਸ਼ਟਾਚਾਰ ਕਿੰਨਾ ਜ਼ਿਆਦਾ ਫੈਲਿਆ ਹੋਇਆ ਹੈ ਕਿ 7 ਦਿਨਾਂ ਦੇ ਵਿੱਚ ਇੰਨੀਆਂ ਸਾਰੀਆਂ ਸ਼ਿਕਾਇਤਾਂ ਆ ਗਈਆਂ। ਔਰ ਜਿਹਨਾਂ ਲੋਕਾਂ ਨੇ ਭ੍ਰਿਸ਼ਟਾਚਾਰ ਦਾ ਸਾਹਮਣਾ ਕੀਤਾ ਉਹ ਸਾਰਿਆਂ ਨੇ ਕਿਤੇ ਸ਼ਿਕਾਇਤਾਂ ਨਹੀਂ ਕੀਤੀਆਂ ਹੋਣੀਆਂ, ਕਿਉਂਕਿ ਬਹੁਤ ਸਾਰੇ ਲੋਕ ਇਹ ਸੋਚਦੇ ਨੇ ਕਿ ਦੇਖੀਏ ਪਹਿਲਾਂ ਵੀ ਕਿੰਨਾ ਕੁ ਅਸਰਦਾਰ ਹੈ ਸਾਰਾ ਕੁਝ, ਫੇਰ ਹੀ ਸ਼ਿਕਾਇਤ ਕਰਾਂਗੇ, ਹਨਾ। ਦੂਜੀ ਚੀਜ਼ ਇਹ ਹੈ ਕਿ ਜੇਕਰ ਸਰਕਾਰ ਨੇ ਨੰਬਰ ਜਾਰੀ ਕੀਤਾ ਹੈ ਤੇ ਸਰਕਾਰ ਨੂੰ ਵੀ ਹੁਣ ਤੇਜ਼ੀ ਅਪਣਾਉਣੀ ਚਾਹੀਦੀ ਹੈ, ਕਿਉਂਕਿ ਇਹ ਚੀਜ਼ਾਂ ਤਾਂ ਪਹਿਲਾਂ ਹੀ ਪਤਾ ਸੀ ਕਿ ਜੇ ਭ੍ਰਿਸ਼ਟਾਚਾਰ, ਆਪਾਂ ਸਾਰੇ ਕਹਿੰਦੇ ਬਹੁਤ ਵੱਡੀ ਸਮੱਸਿਆ, ਇਹ ਚੀਜ਼ਾਂ ਪਹਿਲਾਂ ਹੀ ਪਤਾ ਸੀ ਕਿ ਭ੍ਰਿਸ਼ਟਾਚਾਰ ਨੂੰ ਲੈ ਕੇ ਇੰਨੀਆਂ ਸਾਰੀਆਂ ਸ਼ਿਕਾਇਤਾਂ ਆ ਸਕਦੀਆਂ ਨੇ। ਸੋ ਉਹਦਾ ਪ੍ਰਬੰਧ ਉਸ ਹਿਸਾਬ ਦੇ ਨਾਲ ਹੋਣਾ ਚਾਹੀਦਾ ਸੀ ਵੀ ਤੇਜ਼ੀ ਦੇ ਨਾਲ ਇਹਨਾਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਹੋਏ। ਮੈਨੂੰ ਕੱਲ ਇੱਕ ਮੇਰੇ ਦੋਸਤ ਨੇ ਦੱਸਿਆ, ਉਹ ਕਹਿੰਦੇ ਵੀ ਨਾ ਹੁਣ ਅਸੀਂ ਕਈ ਦਫ਼ਤਰਾਂ ਦੇ ਵਿੱਚ ਜਾਂਦੇ ਆ ਤੇ ਉਹ ਸਾਨੂੰ ਆਪਣਾ ਨੰਬਰ ਦੇ ਦਿੰਦੇ ਆ। ਉਹ ਕਹਿੰਦੇ WhatsApp ਦੇ ਉੱਤੇ ਕਾਲ ਕਰਨੀ ਹੈ, ਡਾਇਰੈਕਟ ਕਾਲ ਨਹੀਂ ਸਾਨੂੰ ਕਰਨੀ। ਅੱਛਾ ਜੀ। WhatsApp ਵਾਲੀ ਕਾਲ ਰਿਕਾਰਡ ਨਹੀਂ ਹੁੰਦੀ। ਉਹ ਕਹਿੰਦੇ ਕੋਈ ਗੱਲ ਨਹੀਂ, ਕੰਮ ਕਰ ਦਿਆਂਗੇ, ਬੇਫਿਕਰ ਰਹੋ। ਉਹ ਪਹਿਲਾਂ ਬੰਦੇ ਨੂੰ ਟੋਹ ਲੈਂਦੇ ਆ। ਸਾਰੇ ਤਾਂ ਇੱਕੋ ਜਿਹੇ ਨਹੀਂ, ਮੈਂ ਫੇਰ ਕਹਿਣਾ, ਕੁਝ ਕੁ ਅਫਸਰ ਬਹੁਤ ਇਮਾਨਦਾਰ ਆ, ਅਧਿਕਾਰੀ ਬੜੇ ਇਮਾਨਦਾਰ ਆ, ਤੇ ਜਿਵੇਂ ਅਧਿਕਾਰੀ ਕਈ ਬੇਈਮਾਨ ਆ, ਪੱਤਰਕਾਰ ਵੀ ਕਈ ਉਵੇਂ ਆ, ਬਿਲਕੁਲ, ਬਾਕੀ ਮਹਿਕਮਿਆਂ ਵਾਲੇ ਵੀ ਕਈ ਉਵੇਂ ਹੀ ਆ। ਸੋ ਡਾਕਟਰ ਵੀ ਕਈ ਉਵੇਂ ਹੀ ਆ। ਸਾਰੇ ਕਿਸੇ ਵੀ ਮਹਿਕਮੇ ਦੇ ਵਿੱਚ, ਕਿਸੇ ਵੀ ਕਿੱਤੇ ਦੇ ਵਿੱਚ ਇੱਕੋ ਜਿਹੇ ਲੋਕ ਨਹੀਂ। ਪਰ ਉਹ ਕਹਿ ਦਿੰਦੇ ਜੀ ਕਿ ਕੋਈ ਗੱਲ ਨਹੀਂ, ਕੰਮ ਕਰ ਦਿਆਂਗੇ। ਉਹ ਵੇਂਦੇ ਆ ਟੋਕ ਕੇ ਵੀ ਭਾਈ ਤੁਹਾਡਾ ਕੰਮ ਕਿੰਨਾ ਕੁ ਜ਼ਰੂਰੀ ਆ। ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਤੁਰੰਤ ਕਰਵਾਉਣਾ ਇਹਦੀ ਮਜਬੂਰੀ ਹੈ ਕਿ ਨਹੀਂ, ਜਾਂ ਇਹ ਹਫ਼ਤਾ ਖੰਡ ਮਹੀਨਾ ਖੰਡ ਕੱਢਦਾ ਵੀ ਹੈ ਕਿ ਨਹੀਂ। ਜੇ ਤੁਰੰਤ ਵਾਲੀ ਗੱਲ ਹੋਵੇ, ਕਹਿੰਦੇ WhatsApp ਤੇ ਕਾਲ ਕਰ ਲਿਓ, ਫਿਰ ਆਪਾਂ ਗੱਲ ਕਰ ਲੈਂਦੇ ਆ। ਤੇ ਜੇਕਰ ਨਾ WhatsApp ਤੇ ਫੋਨ ਆਇਆ ਤੇ ਫਿਰ ਠੀਕ ਆ, ਫਿਰ ਕਹਿਣਗੇ ਫਾਈਲ ਪ੍ਰਕਿਰਿਆ ਦੇ ਮੁਤਾਬਕ ਚੱਲੂਗੀ। ਸੋ ਐਦਾਂ ਦੀਆਂ ਖਬਰਾਂ ਵੀ ਵਿੱਚੋਂ ਨਿਕਲ ਕੇ ਆ ਰਹੀਆਂ। ਬਿਲਕੁਲ, ਕੱਲਾ ਨੰਬਰ ਜਾਰੀ ਕਰਨ ਦੇ ਨਾਲ ਮਸਲੇ ਹੱਲ ਨਹੀਂ ਹੋਣੇ, ਥੋੜੀ ਜੀ ਹੋਰ ਸਖਤੀ ਕਰਨ ਦੀ ਜ਼ਰੂਰਤ ਹੈ, ਕਿਉਂਕਿ ਜਿਹੜੀਆਂ ਚੀਜ਼ਾਂ ਇੰਨੇ ਸਾਲਾਂ ਤੋਂ ਵਿਗੜੀਆਂ ਹੋਈਆਂ ਨੇ, ਜਿਹੜੀਆਂ ਆਦਤਾਂ ਇੰਨੀਆਂ ਪੁਰਾਣੀਆਂ ਪਈਆਂ ਹੋਈਆਂ ਨੇ, ਉਹ ਛਡਾਉਣ ਦੇ ਵਿੱਚ ਹਲੇ ਵਕਤ ਲੱਗੂਗਾ। ਜਿਨ੍ਹਾਂ ਨੂੰ ਹੁਣ ਆਦਤ ਹੀ ਪੈ ਚੁੱਕੀ ਹੈ, ਫਿਰ ਉਹੀ ਗੱਲ ਹੈ ਵੀ ਸਾਰੇ ਅਫਸਰ ਇੱਕੋ ਜਿਹੇ ਨਹੀਂ, ਪਰ ਕੁਝ ਇੱਕ ਗਲਤ ਦੇ ਕਰਕੇ ਸਾਰੇ ਇੱਕੋ ਰੱਸੇ ਬੰਨੇ ਜਾਂਦੇ ਨੇ, ਹਨਾ। ਜਿਨ੍ਹਾਂ ਨੂੰ ਆਦਤ ਪੈ ਹੀ ਗਈ ਹੈ ਵੀ ਉਹਨਾਂ ਨੇ 4-5 ਪੈਸੇ ਜਿਹੜੇ ਲੈ ਕੇ ਫੇਰ ਹੀ ਕੰਮ ਕਰਨਾ ਹੈ, ਉਹਨਾਂ ਦੀ ਆਦਤ ਛੇਤੀ ਛੁੱਟਣ ਵਾਲੀ ਹੈ। ਇੱਕ ਵਾਰੀ ਇੱਕ ਬੰਦਾ ਮੈਨੂੰ ਦੱਸੇ, ਕਹਿੰਦਾ ਵੀ ਮੈਂ ਇੱਕ ਸਰਕਾਰੀ ਦਫ਼ਤਰ ਦੇ ਵਿੱਚ ਆਪਣੇ ਨਿੱਜੀ ਕੰਮ ਲਈ ਗਿਆ। ਉੱਥੇ ਜਿਹੜਾ ਕੁਰਸੀ ਤੇ ਸੱਜਣ ਬੈਠਾ ਸੀ, ਕਹਿੰਦਾ ਲੱਸੀ ਪਾਣੀ, ਲੱਸੀ ਪਾਣੀ। ਕਹਿੰਦਾ ਮੈਂ ਗੱਲ ਨੂੰ ਸਮਝਿਆ ਨਾ, ਮੈਨੂੰ ਕਿਹੜਾ ਪਤਾ ਸੀ ਵੀ ਭਾਈ ਇੱਥੇ ਐਉਂ ਚੱਲੂਗਾ। ਉਸ ਵਿਭਾਗ ਦੇ ਵਿੱਚ ਵੀ ਮੈਂ ਪਹਿਲੀ ਵਾਰੀ ਗਿਆ। ਮੈਂ ਕਿਹਾ ਵੀ ਸਾਡੀ ਮੱਝ ਭੱਜ ਗਈ, ਕੋਈ ਗੱਲ ਨਹੀਂ, ਲਿਆ ਦਿਆਂਗੇ। ਕਹਿੰਦਾ ਨਹੀਂ, ਲੱਸੀ ਪਾਣੀ ਸਮਝਿਆ ਕਰੋ, ਲੱਸੀ ਪਾਣੀ। ਕਹਿੰਦਾ ਮੈਂ ਕਿਹਾ ਕੋਈ ਗੱਲ ਨਹੀਂ, ਮੱਝ ਸੂ ਲੈਣ ਤੋਂ ਬੌਲੀ ਪਿਆਵਾਂਗੇ ਤੁਹਾਨੂੰ, ਬੌਲੀ। ਕਹਿੰਦਾ ਨਹੀਂ, ਲੱਸੀ ਪਾਣੀ। ਬਾਅਦ ਦੇ ਵਿੱਚ ਉਹਨੇ ਮੈਨੂੰ ਕਿਹਾ ਵੀ ਓਹੋ ਅੰਡਰ ਦਾ ਟੇਬਲ, ਅੰਦਰ, ਬਸ ਚੱਲੂਗਾ। ਫਿਰ ਮੈਨੂੰ ਸਮਝ ਆਈ। ਫਿਰ ਮੈਂ ਉਹਨੂੰ ਪੁੱਛਿਆ ਵੀ ਭਾਈ ਕੰਮ ਗਲਤ ਆ ਮੇਰਾ? ਉਹ ਕਹਿੰਦਾ ਗਲਤ ਤਾਂ ਨਹੀਂ, ਪਰ ਸਹੀ ਤਰੀਕੇ ਦੇ ਨਾਲ ਤੇ ਸਹੀ ਸਮੇਂ ਤੇ ਕਰਵਾਉਣ ਦੇ ਲਈ ਸਹੀ ਤਰੀਕੇ ਦੇ ਨੋਟ ਚਾਹੀਦੇ ਆ। ਉਹ ਕਹਿੰਦਾ ਮੈਂ ਬੜਾ ਸ਼ਰਮਿੰਦਾ ਹੋਇਆ ਵੀ ਯਾਰ ਇਉਂ ਚੱਲਦਾ ਵੀ ਸਹੀ ਕੰਮ ਕਰਵਾਉਣ ਦੇ ਲਈ। ਤੇ ਕਹਿੰਦਾ ਮੇਰਾ ਨਿੱਕਾ ਜਿਹਾ ਕੰਮ ਸੀ, ਬਸ ਉਹਦੀ ਘੁੱਗੀ ਦੀ ਲੋੜ ਸੀ ਮਾੜੀ ਜੀ, ਤੇ ਮੇਰੇ 1 ਮਹੀਨਾ ਉਹਨੇ ਗੇੜੇ ਕਢਵਾਏ। ਮੈਂ ਕਦੇ ਦਫ਼ਤਰੋਂ ਛੁੱਟੀ ਲੈ ਲਵਾਂ, ਕਦੇ ਘਰ ਦਾ ਕੰਮ ਛੱਡਾਂ, ਜੁੱਤੀਆਂ ਘਸਾਤੀਆਂ, ਮੇਰੇ ਤਰਲੇ ਕਰਵਾਤੇ ਉਹਨੇ, ਤੇ ਫਿਰ ਮੇਰਾ ਕੰਮ ਜਾ ਕੇ ਹੋਇਆ। ਤੇ ਬਹੁਤੇ ਲੋਕ ਟਾਣਾ ਸਾਹਿਬ ਪੈਸੇ ਹੀ ਇਸ ਲਈ ਦਿੰਦੇ ਨੇ, ਉਹਨਾਂ ਨੂੰ ਇਹ ਹੁੰਦਾ ਵੀ ਸਾਡੀਆਂ ਜਦ ਦਿਹਾੜੀਆਂ ਹੀ ਮਹੀਨੇ ਦੀਆਂ ਜਿਹੜੀਆਂ ਉਹ ਮਾਰੀਆਂ ਗਈਆਂ, ਤਾਂ ਉਨੇ ਪੈਸੇ ਦਾ ਜਿਹੜੇ ਉਹਨਾਂ ਸ਼ਾਇਦ ਮੈਨੂੰ ਫਾਇਦਾ ਨਹੀਂ ਹੋਣਾ ਜਿੰਨੇ ਮੈਂ ਦਿਹਾੜੀਆਂ ਮਾਰ ਕੇ ਤੇ ਆਪਣਾ ਨੁਕਸਾਨ ਕਰ ਬਹਿਣਾ ਹੈ। ਇਸੇ ਲਈ ਲੋਕ ਜਿਹੜੇ ਉਹ ਭ੍ਰਿਸ਼ਟਾਚਾਰ ਨੂੰ ਅੱਗੇ ਤੋਂ ਅੱਗੇ ਵਧਾਉਂਦੇ ਨੇ। ਨਿੱਕੀ ਗੱਲ ਦੇ ਉੱਤੇ ਕਿੰਨੀ ਪਰੇਸ਼ਾਨੀ ਹੁੰਦੀ ਸਰਕਾਰੀ ਦਫ਼ਤਰਾਂ ਦੇ ਵਿੱਚ। ਜੇ ਮੰਨ ਲਓ ਤੁਸੀਂ ਕੋਈ ਸਰਟੀਫਿਕੇਟ ਬਣਵਾਉਣਾ,
ਹੁਣ ਕੋਈ ਮੈਰਿਜ ਸਰਟੀਫਿਕੇਟ, ਵਿਆਹ ਵਾਲਾ ਸਰਟੀਫਿਕੇਟ ਬਣਵਾਉਂਦਾ, ਉਹਦੇ ਵਿੱਚ ਆਈ ਦੀ ਥਾਂ ਤੇ ਈ ਪੈ ਗਿਆ, ਜਾਂ ਮੰਨ ਲਓ ਮਾੜਾ ਮੋਟਾ ਕੋਈ ਅੱਖਰ ਦੇ ਵਿੱਚ, ਨੁਕਤੇ ਦੇ ਵਿੱਚ ਕੋਈ ਕਮੀ ਪੇਸ਼ੀ ਰਹਿ ਗਈ, ਮੈਂ ਨਾ ਦੁਬਾਰਾ ਜਦੋਂ ਤੁਸੀਂ ਠੀਕ ਕਰਵਾਉਣਾ ਲੇਲੜੀਆਂ ਕਢਵਾ ਦਿੰਦੇ ਆ। ਉਹ ਤਾਂ ਪਹਿਲੀ ਵਾਰ ਵੀ ਕਢਵਾ ਦਿੰਦੇ ਨੇ। ਬੰਦਾ ਕਹਿੰਦਾ ਵੀ ਯਾਰ ਮੇਰੀ ਇੰਨੀ ਤਰੀਕ ਨੂੰ ਵਾਪਸੀ ਆ ਤੇ ਮੈਂ ਆਪਦੇ ਕੰਮ ਤੇ ਵੀ ਜਾਣਾ, ਮੇਰੀ ਟਿਕਟ ਖਰਾਬ ਹੋ ਜਾਣੀ ਆ, ਉਹ ਫਿਰ ਕੁਛ ਨਾ ਕੁਛ ਦਿੰਦਾ, ਉਹ ਕਹਿੰਦਾ ਝੁਲਸ ਲਓ ਤੁਸੀਂ ਜੀ, ਬਿਲਕੁਲ ਤੁਸੀਂ ਰੱਜ ਲਓ, ਤੁਹਾਡਾ ਬਨੇਰਾ ਪੱਕਾ ਹੋ ਜੇ। ਬਿਲਕੁਲ ਸਹੀ। ਪਰ ਉਹ ਬੜੇ ਚਾਰ ਨਾਲ ਬੈਠੇ ਹੁੰਦੇ, ਕੋਈ ਗੱਲ ਨਹੀਂ ਕਰ ਦਿਆਂਗੇ, ਕੋਈ ਗੱਲ ਨਹੀਂ ਕਰ ਦਿਆਂਗੇ, ਫਿਰ ਐਂ ਕਰੀ ਜਾਣਗੇ ਉਹ। ਸੋ ਮਾੜੀ ਗੱਲ ਆ। ਜਿਹੜੇ ਇਮਾਨਦਾਰ ਆ ਭਾਈ ਉਹਨਾਂ ਨੂੰ ਸਲਾਮ ਕਰਦੇ ਆ, ਜਿਹੜੇ ਬੇਈਮਾਨ ਆ ਭਾਈ ਹਟ ਜਾਓ। ਬਹੁਤ ਕੁਛ ਤੁਸੀਂ ਕਰ ਲਿਆ, ਮਨ ਆਈਆਂ ਕਰ ਲੀਆਂ, ਰੱਬ ਨੂੰ ਜਾਣ ਦੇਣੀ ਆ, ਬੈਠੇ ਥੋੜੀ ਰਹਿਣਾ ਜੀ, ਬਿਲਕੁਲ ਸਹੀ। ਜੋ ਅਸੀਂ ਗਲਤ ਪੈਸੇ ਕਮਾਉਣੇ ਆ ਸਾਡੇ ਟੱਬਰ ਦੇ ਵਿੱਚੋਂ ਨਿਕਲਣੇ। ਹਾਂ, ਨਿਪਟਾਰਾ ਜਰਾ ਇੱਥੇ ਹੀ ਸੋਚ ਹੈ। ਕੇ ਦੇਖਿਓ। ਜੀ, ਬਿਲਕੁਲ। ਮੈਂ ਨਹੀਂ ਕਦੇ ਦੇਖਿਆ ਵੀ ਰਿਸ਼ਵਤਾਂ ਦੇ ਨਾਲ ਬਹੁਤ ਵੱਡੇ ਵੱਡੇ ਬੰਗਲੇ ਬਣਾਉਣ ਵਾਲੇ ਲੋਕ, ਮਹਿੰਗੀਆਂ ਗੱਡੀਆਂ ਝੂਟਣ ਵਾਲੇ ਲੋਕ ਅੰਦਰੋਂ ਸੰਤੁਸ਼ਟ ਹੋਣਗੇ। ਬਿਲਕੁਲ। ਬੰਦੇ ਨੇ ਖਾਣੀ ਤਾਂ ਰੋਟੀ ਉਹੀ ਆ, ਕਣਕ ਦੀ। ਰਾਤ ਨੂੰ ਨੀਂਦ ਨਹੀਂ ਆਉਂਦੀ ਹੁੰਦੀ ਇਹੋ ਜਿਹਾ। ਮੈਂ ਨਹੀਂ ਕਦੇ ਦੇਖਿਆ ਵੀ ਚਾਂਦੀ ਦੀ ਰੋਟੀ ਚੱਪਦਾ ਹੋਵੇ, ਕੋਈ ਹੀਰਿਆਂ ਵਾਲੀ ਰੋਟੀ ਚੱਪਦਾ ਹੋਵੇ। ਇਹ ਅੰਨ ਉਹੀ ਰਹਿੰਦਾ, ਕਿਸੇ ਦੇ 2 ਫੁਲਕੇ ਵੱਧ, ਕਿਸੇ ਦੇ ਘੱਟ। ਜੀ। ਜੱਜ ਦਾ ਵਿਚਾਰ। ਹਰਮਨ ਜੀ, ਦਿਨ ਮਗਰੋਂ ਚੜ੍ਹਦਾ ਤੇ ਭਗਵੰਤ ਮਾਨ ਕੋਈ ਨਾ ਕੋਈ ਐਲਾਨ ਕਰ ਦਿੰਦਾ। ਬਿਲਕੁਲ ਸਹੀ ਹੈ। ਅੱਜ ਫੇਰ ਕਰਤਾ ਜੀ। ਖਜ਼ਾਨਾ ਦਫ਼ਤਰਾਂ ਨੂੰ ਇਹ ਗੱਲ ਕਹਿਤੀ ਹੈ ਵੀ ਭਾਈ ਹਦਾਇਤਾਂ ਪੂਰੀਆਂ ਇਨ ਬਿਨ ਮੰਨਣੀਆਂ। ਪਰ ਹਦਾਇਤਾਂ ਨਾਲ ਮੈਂ ਸਹਿਮਤ ਹਾਂ ਟਾਣਾ ਸਾਹਿਬ। ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਨਾ, ਇਹਨਾਂ ਹਦਾਇਤਾਂ ਦੀ ਲੋੜ ਵੀ ਬਹੁਤ ਸੀ, ਕਿਉਂਕਿ ਅਕਸਰ ਜਦੋਂ ਦਫ਼ਤਰਾਂ ਦੇ ਵਿੱਚ ਅਸੀਂ ਜਾਂਦੇ ਆ, ਜੇ ਸਵੇਰੇ ਬੰਦਾ ਨਾ ਤਿਆਰ ਹੋ ਕੇ ਜਾਊਗਾ ਵੀ ਮੈਂ 9:30 ਨੂੰ ਦਫ਼ਤਰ ਪਹੁੰਚ ਜਾਵਾਂ, 10 ਵਜੇ ਦਫ਼ਤਰ ਖੋਲ੍ਹਣਾ ਹੈ ਤੇ ਸਭ ਤੋਂ ਪਹਿਲਾਂ ਮੈਂ ਆਪਣਾ ਕੰਮ ਕਰਵਾ ਕੇ ਫਿਰ ਆਪਦੇ ਦਫ਼ਤਰ ਨੂੰ ਜਾਊਂਗਾ, ਤਾਂ ਇਹ ਬਹੁਤ ਘੱਟ ਵਾਰ ਹੁੰਦਾ ਹੈ ਕਿ ਜਿਹੜਾ ਅਧਿਕਾਰੀ ਹੈ, ਜਿਹੜਾ ਅਫਸਰ ਹੈ, ਉਹ ਤੁਹਾਨੂੰ ਸੀਟ ਤੇ ਮਿਲ ਜਾਵੇ। ਕਿਉਂਕਿ ਕਦੇ ਤਾਂ ਉਹ ਲੇਟ ਆ, ਕਦੇ ਉਹ ਆਏ ਨਹੀਂ ਆ, ਕਦੇ ਅੱਜ ਸਿਸਟਮ ਨਹੀਂ ਚੱਲ ਰਿਹਾ, ਕਦੀ ਕੰਪਿਊਟਰ ਨਹੀਂ ਕੰਮ ਕਰ ਰਿਹਾ, ਕਦੀ ਬੱਤੀ ਨਹੀਂ ਹੈਗੀ, ਕਦੇ ਸਿਸਟਮ ਦਾ ਜਿਹੜਾ ਸਰਵਰ ਆ ਉਹ ਡਾਊਨ ਹੋ ਗਿਆ, ਕਦੇ ਕੁਛ ਇਦਾਂ ਦੀਆਂ ਸਮੱਸਿਆਵਾਂ ਬਹੁਤ ਆਉਂਦੀਆਂ ਨੇ। ਪਰ ਹੁਣ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ, ਇਹ ਹਦਾਇਤਾਂ ਜਿਹੜੀਆਂ ਉਹ ਮੰਨਣੀਆਂ ਚਾਹੀਦੀਆਂ ਨੇ। ਬਿਲਕੁਲ ਗੱਲ ਸਹੀ ਆ, ਤੁਸੀਂ ਬਿਲਕੁਲ ਦਰੁਸਤ ਕਿਹਾ ਵੀ ਆ ਵਿਚਲੀਆਂ ਘੁੱਤਰਬਿੰਦੀਆਂ ਜੀਆਂ ਹੁੰਦੀਆਂ ਵੀ ਆਹ ਕਾਰਨ ਬਣ ਗਿਆ, ਆ ਦੇਖੋ ਕੰਪਿਊਟਰ ਬੰਦ ਪਿਆ, ਅੱਜ ਬੰਦੇ ਘੱਟ ਆ, ਹੁਣ ਬੰਦੇ ਅਸੀਂ ਲੈ ਕੇ ਆਉਣੇ ਘਰੋਂ ਘਰੀ। ਇੱਕ ਤਾਂ ਬੈਂਕਾਂ ਦੇ ਕੰਪਿਊਟਰ ਕਦੇ ਵੀ ਨਹੀਂ ਠੀਕ ਹੁੰਦੇ। ਬੈਂਕਾਂ ਵਾਲਿਆਂ ਨੂੰ ਬੇਨਤੀ ਆ ਵੀ ਜਾਂ ਤਾਂ ਭਾਈ ਤੁਸੀਂ ਕੰਪਿਊਟਰ ਠੀਕ ਕਰ ਲਓ, ਤੇ ਜਾਂ ਲੋਕਾਂ ਦੇ ਘਰਾਂ ਦੇ ਵਿੱਚ ਹੀ ਉਹਨਾਂ ਦੀ ਜਾਣਕਾਰੀ ਭੇਜ ਦਿਆ ਕਰੋ ਜੀ, ਪਲੀਜ਼। ਤੁਸੀਂ ਤਾਂ ਡਾਕ ਰਾਹੀਂ ਵੀ ਕੁਝ ਨਹੀਂ ਭੇਜਦੇਗੇ। ਸੋ ਬੈਂਕਾਂ ਵਾਲਿਆਂ ਨੂੰ, ਸਰਕਾਰੀ ਬੈਂਕਾਂ ਵਾਲਿਆਂ ਨੂੰ ਬੇਨਤੀ ਆ ਵੀ ਭਾਈ ਵੇਲੇ ਸਿਰ ਕੰਮ ਹੋਣੇ ਚਾਹੀਦੇ। ਹਾਲਾਂਕਿ ਕਈ ਬੈਂਕਾਂ ਦੇ ਵਿੱਚ ਵਧੀਆ ਕੰਮ ਵੀ ਚੱਲਦੇ ਆ, ਬਹੁਤ ਵਧੀਆ ਵੀ ਹੁੰਦੇ ਨੇ। ਕਈ ਬੈਂਕਾਂ ਦੇ ਵਿੱਚ ਦੇਖਦੇ ਜਾ ਕੇ ਵੀ ਉੱਥੇ ਤਾਸ਼ ਦੇ ਪੱਤੇ 'ਚ ਖੇਡੀ ਜਾਂਦੇ ਆ ਉਹ ਕੰਪਿਊਟਰ ਤੇ। ਜੀ। ਆ ਵੀ ਯੱਕੇ ਤੇ ਆ ਕਰਤਾ, ਦੁੱਕੀ ਤੇ ਫਲਾਨੀ ਚੀਜ਼ ਆ ਗਈ, ਫਲਾਨੀ ਤੇ ਫਲਾਨੀ ਆ ਗਈ, ਮੈਂ ਹੈਰਾਨ ਹੋ ਜਾਂਦਾ। ਆਹ ਦੇਖੋ ਜੀ। ਅੱਛਾ, ਫਿਰ ਟੀ ਬ੍ਰੇਕ ਆ ਗਈ, ਫਿਰ ਲੰਚ ਟਾਈਮ ਹੋ ਗਿਆ, ਹਾਂ ਫਿਰ ਕੋਈ ਨਾ ਕੋਈ ਮਿਲਣ ਆ ਗਿਆ। ਸਰਕਾਰੀ ਮੁਲਾਜ਼ਮਾਂ ਦੇ ਉੱਤੇ ਸਾਨੂੰ ਮਾਣ ਆ, ਸਰਕਾਰੀ ਬੈਂਕ ਅਧਿਕਾਰੀਆਂ ਤੇ ਸਾਨੂੰ ਮਾਣ ਆ, ਪਰ ਕੁਝ ਕੁ ਲੋਕਾਂ ਦੇ ਕਰਕੇ ਇਦਾਂ ਦਾ ਮਾਹੌਲ ਬਣ ਜਾਂਦਾ ਜਿਹਦੇ ਕਰਕੇ ਬੈਠ ਕੇ ਗੱਲ ਕਰਨ ਨੂੰ ਚਿੱਤ ਕਰਦਾ। ਸਰਕਾਰੀ ਬੈਂਕਾਂ ਦੇ ਵਿੱਚ ਜਾਂ ਕਿਸੇ ਵੀ ਸਰਕਾਰੀ ਦਫ਼ਤਰ 'ਚ ਕੰਮ ਤੁਰਦਾ ਹੀ ਨਹੀਂ, ਬੰਦੇ ਨੂੰ ਇਹ ਮੌਤ ਪੈ ਜਾਂਦੀ ਵੀ ਯਾਰ ਹੁਣ ਉੱਥੇ ਜਾਣਾ ਪੈਣਾ। ਸੱਚੀ ਗੱਲ, ਮੈਨੂੰ ਤਾਂ ਪੈ ਜਾਂਦੀ ਹੈ। ਮੈਨੂੰ ਵੀ ਪੈ ਜਾਂਦੀ ਵੀ ਹਾਏ ਕਿਸੇ ਸਰਕਾਰੀ ਦਫ਼ਤਰ ਜਾਣਾ ਪੈਣਾ, ਤੇ ਬਸ ਉੱਥੇ ਹੀ ਮੈਨੂੰ ਹੁੰਦਾ ਵੀ ਖਤਮ ਹੀ ਹੋ ਜਾਵਾਂ ਤਾਂ ਚੰਗਾ। ਹਾਲਾਂਕਿ ਕਈ ਅਫਸਰ ਬਹੁਤ ਚੰਗੇ ਨੇ, ਤੁਸੀਂ ਦਫ਼ਤਰ 'ਚ ਬਾਅਦ 'ਚ ਵੜੋ, ਪਹਿਲਾਂ ਕੰਮ ਕਰਦੇ ਨੇ। ਪਿਛਲੇ ਦਿਨੀ ਮੈਂ ਆਪਣੀ ਬੈਂਕ ਦੇ ਵਿੱਚ ਗਿਆ, ਹਾਂਜੀ, ਉੱਥੇ ਇੱਕ ਲਾਲ ਚੂੜੇ ਵਾਲੀ ਕੁੜੀ ਬੈਠੀ। ਆਏ ਹਾਏ ਆਏ ਹਾਏ ਨਹੀਂ, ਮਤਲਬ ਮੈਂ ਇਹੋ ਜਿਹੀਆਂ ਗੱਲਾਂ ਕਰਨ ਵਾਲਾ ਬੰਦਾ। ਓਹੋ, ਮੈਂ ਦੱਸਿਆ ਵੀ ਅੱਛਾ, ਵਧੀਆ ਲੱਗਿਆ ਮੈਨੂੰ ਸੁਣ ਕੇ। ਲਓ ਜੀ, ਉੱਥੇ ਲਾਲ ਚੂੜੇ ਵਾਲੀ ਬੀਬੀ ਬੈਠੀ ਤੇ ਉਹਦੀਆਂ ਗੱਲਾਂ ਤੋਂ ਲੱਗਦਾ ਸੀ ਵੀ ਉਹ ਆਪਦੇ ਪਤੀ ਦੇਵ ਨਾਲ ਹੀ ਗੱਲਾਂ ਕਰਦੀ ਆ। ਅੱਛਾ ਜੀ। ਮੈਂ ਇਹਨੂੰ ਕਿਹਾ ਜੀ ਕਿ ਆ ਮੈਂ ਥੋੜੇ ਜਿਹੇ ਪੈਸੇ ਕਢਵਾਉਣੇ ਆ 10,000 ਰੁਪਏ ਦੀ ਲੋੜ ਆ, ਕਿਰਪਾ ਕਰਕੇ ਇਹ ਮੇਰੇ ਫਾਰਮ ਦੇ ਉੱਤੇ ਮਾੜੇ ਜਿਹੇ ਮਾਰਿਓ ਘੁੱਗੀ ਜੀ। ਠੀਕ ਆ ਵੀ ਮੇਰੇ ਕੋਲੇ ATM ਹੈ ਨਹੀਂਗਾ। ਉਹ ਜੀ ਮੇਰੀ ਗੱਲ ਕਿੱਥੇ ਸੁਣੇ, ਉਹ ਇਧਰ ਮੀਆਂ ਜੀ ਨਾਲ ਲੱਗੀ, ਮੀਆਂ ਜੀ ਨਾਲ ਪੂਰੀਆਂ ਪਿਆਰ ਦੀਆਂ ਮੁਹੱਬਤ ਦੀਆਂ ਪੀਂਘਾਂ ਝੂਟੀ ਜਾਵੇ। ਮੈਂ ਕਿਹਾ ਨਾ ਮੈਥੋਂ ਹੀ ਕਰਾਉਣਾ ਉਹਨੇ। ਠੀਕ ਆ, ਮੇਰੇ ਵਰਗੇ 20 ਫਿਰਦੇ ਆ। ਉਹ ਫੇਰ ਉੱਥੇ ਨੋ ਆਉਂਗੀ ਨਾ शाम को मैं बताती हूँ, आके बताती हूँ ठीक है। वो कस्टमर आए ना। मैं कहा जरा पता मैं कष्ट नाल मर जा, हुण कष्ट मर बन गया मैं इत्थे खड़ा ठीक है ਵੀ ਇਹਦੇ ਕੋਲੋਂ ਹੀ ਆਈ ਆ ਜੀ, ਇਹਦੇ ਕੋਲ ਹੀ ਜਾਣਾ। ਸਾਡਾ ਵੀ ਮਾੜਾ ਮੋਟਾ ਭਾਈ ਸੋਚੋ, ਵੀ ਕਿਸੇ ਨੂੰ ਕੋਈ ਐਮਰਜੈਂਸੀ ਭਾਈ ਅਸੀਂ ਪੈਸੇ ਕਢਵਾਉਣੇ ਆ, ਆਪਦੇ ਖਾਤੇ ਚੋਂ ਕਢਵਾਉਣੇ ਆ, ਗਲਤੀ ਕਰ ਲਈ। ਕਿਸੇ ਨੂੰ ਕੋਈ ਕਾਲੀ ਹੋ ਸਕਦੀ ਹੈ, ਕਿਸੇ ਨੇ ਕੋਈ ਦਵਾਈ ਲੈਣੀ ਹੋ ਸਕਦੀ ਹੈ, ਕਿਸੇ ਨੂੰ ਪੈਸੇ ਦੇਣੇ ਹੋ ਸਕਦੇ ਆ, ਕੋਈ ਕਿਸ਼ਤ ਦੇਣੀ ਹੋ ਸਕਦੀ ਹੈ, ਪਰ ਤੁਸੀਂ ਆਪਣੀਆਂ ਹੀ ਮौज ਮਸਤੀਆਂ 'ਚ ਲੱਗੇ ਹੋ। ਗੁੰਨੂ ਨਹੀਂ ਲੱਗੀ ਪਈ ਆ, ਗੁੰਨੂ ਤੇਰਾ ਹੀ ਆ, ਹੁਣ ਕਬਜ਼ਾ ਕੋਈ ਹੋਰ ਥੋੜੀ ਕਰ ਲੂ, ਹੁਣ ਜਾਣ ਕਿੱਥੇ ਦੇਣਾ ਤੁਸੀਂ। ਚਲੋ ਕੋਈ ਗੱਲ ਨਹੀਂ, ਆਪਾਂ ਜਿਹੜੀ ਗੱਲ ਕਰ ਰਹੇ ਸੀ ਹਦਾਇਤ ਸਾਹਿਬ, ਹਾਂ
ਉਹਨਾਂ ਹਦਾਇਤਾਂ ਤੇ ਆਈਏ ਟਾਣਾ ਹਾਂ, ਸਾਹਿਬ। ਉਹ ਹਦਾਇਤਾਂ ਜਿਹੜੀਆਂ ਖਜ਼ਾਨਾ ਦਫ਼ਤਰਾਂ ਦੇ ਵਿੱਚ ਜੀ। ਉਹ ਇਹ ਕਹੀਆਂ ਪੰਜਾਬ ਦੀ ਸਰਕਾਰ ਨੇ ਵੀ ਇੱਕ ਤਾਂ ਸਭ ਨੇ ਵੇਲੇ ਸਿਰ ਆਉਣਾ ਲੇਟ ਲਤੀਫੀ ਨਹੀਂ ਤੇ ਮਨਜ਼ੂਰ। ਵੇਲੇ ਸਿਰ ਜਾਣਾ। ਜੀ। ਦੂਜਾ, ਇੱਕ ਕੁਰਸੀ ਦੇ ਉੱਤੇ ਕੋਈ ਵੀ ਕਰਮਚਾਰੀ ਅਧਿਕਾਰੀ ਆ ਉਹ 1 ਸਾਲ ਤੋਂ ਵੱਧ ਨਹੀਂ ਬੈਠੂਗਾ, ਉਹਨੂੰ ਬਿਲਕੁਲ ਘੁਮਾਇਆ ਜਾਊਗਾ, ਰੋਟੇਸ਼ਨ ਦੇ ਵਿੱਚ ਹੋਊਗਾ। ਨਾਲੇ ਸਾਰੇ ਕੰਮ ਲੈ ਜਾਣਗੇ, ਨਾਲੇ ਤਾਂ ਉਹਨਾਂ ਨੂੰ ਤਜਰਬਾ ਹੋਊਗਾ, ਨਾਲੇ ਮੋਨੋਪੋਲੀ ਟੁੱਟੂਗੀ, ਜਿਹੜਾ ਏਕਾਧਿਕਾਰ ਬਣਾਇਆ ਹੋਇਆ ਉਹ ਟੁੱਟੂਗਾ। ਫਿਰ ਇੱਕ ਹੋਰ ਗੱਲ ਕਹੀ ਗਈ ਹੈ ਵੀ ਮੰਨ ਲਓ ਕਿਸੇ ਵੀ ਕੋਈ ਅਰਜ਼ੀ ਦੇ ਉੱਤੇ, ਕਿਸੇ ਵੀ ਕੋਈ ਗੱਲ ਦੇ ਉੱਤੇ ਇਤਰਾਜ਼ ਆ, ਉਹ ਇਤਰਾਜ਼ ਸਾਰੇ ਇੱਕੋ ਵੇਲੇ ਦੱਸੇ ਜਾਣ। ਇਹ ਨਹੀਂ ਵੀ ਅੱਜ 2 ਗੱਲਾਂ ਲਿਖਤੀਆਂ ਵੀ ਤੇਰਾ ਆਹ ਫਾਰਮ ਹੈ ਨਹੀਂ ਸੀ, ਫਿਰ ਬੰਦਾ ਉਹ ਲੈ ਕੇ ਆਇਆ, ਫਿਰ ਕਹਿਣਗੇ ਹੁਣ ਤਾਂ ਆਹ ਚੀਜ਼ ਹੈ ਨਹੀਂ ਗੀ, ਹੁਣ ਆਹ ਲੈ ਕੇ ਆਓ। ਫਿਰ ਬੰਦੇ ਨੇ ਉਹ ਘਾਟ ਪੂਰੀ ਕਰਤੀ, ਫਿਰ ਆ ਜਾਓ ਵੀ ਭਾਈ ਹੁਣ ਆਹ ਲੈ ਕੇ ਆਓ। ਇੱਕੋ ਵਾਰੀ ਸਾਰਾ ਕੁਝ ਦੱਸਣਾ ਪੈਣਾ। ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਵੀ ਕਹੀ ਹੈ ਵੀ ਜੇਕਰ ਇੱਕ ਸੀਟ ਦੇ ਉੱਪਰ ਇੱਕ ਕਰਮਚਾਰੀ ਜਿਹੜਾ ਛੁੱਟੀ ਦੇ ਉੱਪਰ ਹੈ ਤਾਂ ਉਹਦੀ ਥਾਂ ਤੇ ਦੂਜਾ ਬੰਦਾ ਜਿਹੜਾ ਉੱਥੇ ਲਾਜ਼ਮੀ ਬੈਠਾ ਹੋਣਾ ਚਾਹੀਦਾ ਕੰਮ ਕਰਨ ਦੇ ਲਈ। ਤੀਜੀ ਚੀਜ਼ ਇਹ ਹੈ ਕਿ ਜਿਹੜੇ ਨੋਟਿਸ ਬੋਰਡ ਨੇ ਉਹ ਲਗਾਏ ਜਾਣਗੇ ਜਿਨ੍ਹਾਂ ਦੇ ਉੱਪਰ ਜਿਹੜੇ ਫਾਰਮ ਚਾਹੀਦੇ ਨੇ, ਕਾਗਜ਼ ਚਾਹੀਦੇ ਨੇ, ਜੋ ਚੀਜ਼ਾਂ ਦੀ ਜ਼ਰੂਰਤ ਆ ਕਿਸੇ ਵੀ ਅਰਜ਼ੀ ਦੇ ਨਾਲ, ਉਹ ਸਾਰੀਆਂ ਚੀਜ਼ਾਂ ਲਿਖੀਆਂ ਜਾਣਗੀਆਂ ਵੀ ਤੁਹਾਡੀ ਅਰਜ਼ੀ ਨਾਲ ਆਹ ਜਿਹੜੇ ਕਾਗਜ਼ ਦਸਤਾਵੇਜ਼ ਉਹ ਜ਼ਰੂਰੀ ਨੇ ਤੇ ਜ਼ਰੂਰ ਨਾਲ ਲੈ ਕੇ ਆਓ, ਹੈ ਨਾ। ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ। ਫਿਰ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਅੰਦਰ ਅਧਿਕਾਰੀ ਨੇ ਉਹਨਾਂ ਦੇ ਜਿਹੜੇ ਨੰਬਰ, ਮੋਬਾਈਲ ਨੰਬਰ, ਉਹਨਾਂ ਦਾ ਨਾਂ ਤੇ ਉਹਨਾਂ ਦਾ ਅਹੁਦਾ ਉਹ ਵੀ ਨੋਟਿਸ ਬੋਰਡ ਦੇ ਉੱਪਰ ਲਿਖਿਆ ਹੋਊਗਾ। ਫਿਰ ਸ਼ਿਕਾਇਤ ਦੇ ਲਈ ਵੀ ਉੱਥੇ ਬਕਸੇ ਲਗਾਏ ਜਾਣਗੇ ਤੇ ਸੀਨੀਅਰ ਸਿਟੀਜ਼ਨ ਜਿਹੜੇ ਬਜ਼ੁਰਗ ਆ ਜਿਹੜੇ ਉਹਨਾਂ ਦੇ ਬੈਠਣ ਵਾਸਤੇ ਇੰਤਜ਼ਾਮ ਕੀਤਾ ਜਾਵੇ, ਉਹਨਾਂ ਦੇ ਨਾਲ ਨਰਮੀ ਨਾਲ ਪੇਸ਼ ਆਉਣਾ। ਬਿਲਕੁਲ ਸਹੀ। ਉਹ ਕਹਿੰਦੇ ਕਿ ਸ਼ਿਕਾਇਤਾਂ ਦਾ ਨਿਪਟਾਰਾ ਵੀ ਹਫ਼ਤੇ ਦੇ ਵਿੱਚ ਹੋਣਾ ਜ਼ਰੂਰੀ ਹੈ। ਦੇਖੋ ਲੋਕਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਣੀ ਚਾਹੀਦੀ। ਬਿਲਕੁਲ ਜੀ। ਤੇ ਇੱਕ ਬੇਨਤੀ ਸਾਡੀ ਵੀ ਹੈ ਵੀ ਹਰ ਮਹਿਕਮੇ ਦੇ ਵਿੱਚ ਭਰਤੀ ਵੀ ਪੂਰੀ ਕੀਤੀ ਜਾਵੇ ਜੀ। ਜੇਕਰ ਇੱਕ ਬੰਦੇ ਤੋਂ 3 ਬੰਦਿਆਂ ਦਾ ਕੰਮ ਲਿਆ ਜਾਊਗਾ ਕਿਸੇ ਵੀ ਮਹਿਕਮੇ ਦੇ ਵਿੱਚ ਤਾਂ ਫਿਰ ਉਹ ਲੋਕਾਂ ਦੇ ਨਾਲ ਇਨਸਾਫ ਵੀ ਨਹੀਂ ਕਰ ਸਕੂਗਾ। ਲੋਕ ਵੀ ਜਾਣ ਉੱਥੇ ਪਿਆਰ ਦੇ ਨਾਲ ਪੇਸ਼ ਆਉਣ ਤੇ ਅਧਿਕਾਰੀ ਜਿਹੜਾ ਬੈਠਾ, ਕਰਮਚਾਰੀ ਜਿਹੜਾ ਬੈਠਾ ਉਹ ਵੀ ਪਿਆਰ ਦੇ ਨਾਲ ਜਵਾਬ ਦੇ ਰਵੇ। ਤੇ ਸਰਕਾਰ ਨੂੰ ਬੇਨਤੀ ਹੈ ਕਿ ਹਰ ਮਹਿਕਮੇ ਦੇ ਵਿੱਚ ਮੁਲਾਜ਼ਮ ਪੂਰੇ ਕੀਤੇ ਜਾਣ। ਤੇ ਇੱਥੇ ਲੋਕਾਂ ਨੂੰ ਵੀ ਇੱਕ ਬੇਨਤੀ ਕਰਨੀ ਬਣਦੀ ਹੈ ਟਾਣਾ ਸਾਹਿਬ ਕਿ ਤੁਸੀਂ ਜਿਵੇਂ ਆਏ ਹੋ ਆਪਣੀ ਵਾਰੀ ਦੀ ਉਡੀਕ ਕਰੋ। ਇਹ ਨਹੀਂ ਕਿ ਪਿੱਛੋਂ ਆ ਕੇ ਤਾਂ ਮੋਹਰੇ ਜਾ ਕੇ ਤੁਸੀਂ ਕਹੋ ਪਹਿਲਾਂ ਮੇਰਾ ਕੰਮ ਕਰ ਦਿਓ ਜੀ, ਪਹਿਲਾਂ ਮੇਰਾ, ਸਾਰੇ ਕੰਮ ਕਰਵਾਉਣੀ ਆਏ। ਬਾਹਰਲੇ ਮੁਲਕ ਦੇ ਵਿੱਚ ਮੈਂ ਦੇਖਿਆ ਜੀ, ਉੱਥੇ ਜਿਵੇਂ ਮੂਹਰੇ ਬੰਦਾ ਕਾਊਂਟਰ ਤੇ ਗਿਆ, ਬੈਂਕ ਦੇ ਵਿੱਚ ਗਿਆ, ਮੈਂ ਆਪਦੇ ਅੱਖੀਂ ਦੇਖ ਕੇ ਆਇਆ, ਇੱਥੇ ਕਾਊਂਟਰ ਦੇ ਮੂਹਰੇ ਬੰਦਾ ਖੜਾ ਤੇ ਜਿਹੜਾ ਪਿਛਲਾ ਨਾ ਉਹ ਉਹਦੇ ਤੋਂ ਘੱਟੋ ਘੱਟ 2 ਮੀਟਰ ਦੀ ਦੂਰੀ ਤੇ ਪਿੱਛੇ ਖੜਾ। ਉਹਦੀ ਕੋਈ ਦਿਲਚਸਪੀ ਨਹੀਂ ਵੀ ਇਹਨੇ ਪੈਸੇ ਲੈਣੇ ਆ, ਪੈਸੇ ਦੇਣੇ ਆ, ਕੀ ਕੰਮ ਆਇਆ। ਹੌਲੀ ਹੌਲੀ ਗੱਲ ਚੱਲ ਰਹੀ ਆ। ਫਿਰ ਜਦੋਂ ਉਹ ਨਿਕਲ ਗਿਆ, ਆਹ ਬੰਦਾ ਉੱਥੇ ਚਲਾ ਜਾਊ ਤੇ ਫਿਰ ਅਗਲਾ ਬੰਦਾ ਇੱਥੇ ਖੜ ਜਾਊਗਾ। ਉਹਦੀ ਵੀ ਕੋਈ ਦਿਲਚਸਪੀ ਨਹੀਂ। ਸਾਡੇ ਇੱਥੇ ਮੋਢੇ ਦਿੱਤੋਂ ਨਹੀਂ ਕੀ ਪੈਸੇ ਲੈਣ ਆਏ ਸੀ, ਪੈਸੇ ਲੈਣਾ ਆ, ਉਹ ਫਾਰਮ ਸਹੀ ਨਹੀਂ ਤੇਰਾ। ਹਾਂ, ਹਨਾ ਵੀ ਆਪਣੀ ਹਦਾਇਤਾਂ ਹੁੰਦੀਆਂ ਵੀ ਤੁਸੀਂ ਇਹ ਨਹੀਂ ਕਿ ਤੁਸੀਂ ਪਿੱਛੋਂ ਆ ਕੇ ਮੋਹਰੇ ਕਰਮਚਾਰੀ ਨੂੰ ਕਹੋ ਵੀ ਮੇਰਾ ਕੰਮ ਕਰ ਦੇ ਤੇ ਬਾਅਦ ਚ ਉਸ ਕਰਮਚਾਰੀ ਦੀਆਂ ਸ਼ਿਕਾਇਤਾਂ ਕਰੀ ਜਾਓ। ਉੱਥੇ ਤੁਸੀਂ ਗਲਤ ਹੋ, ਉਹ ਬੰਦਾ ਨਹੀਂ ਗਲਤ, ਕਰਮਚਾਰੀ ਗਲਤ ਨਹੀਂ ਹੈ। ਇਸ ਲਈ ਮੁਲਾਜ਼ਮ ਵੀ ਇਨਸਾਨ ਨੇ, ਉਹਨਾਂ ਦੇ ਬਾਰੇ ਚ ਵੀ ਸੋਚੋ, ਆਪਣੀ ਵਾਰੀ ਦੀ ਉਡੀਕ ਕਰੋ, ਜਦੋਂ ਵਾਰੀ ਆ ਜਾਵੇ ਤੇ ਆਪਣਾ ਕੰਮ ਕਰਵਾਓ। ਸਭ ਤੋਂ ਵੱਡੀ ਗੱਲ ਹੈ ਸਭਿਅਕ ਹੋਵੋ। ਐਵੇਂ ਦੂਜੇ ਦੇ ਮੋਢਿਆਂ ਦੇ ਉੱਤੇ ਚੜਿਆ ਕਰੋ, ਉਹਨੇ ਝੂਟੇ ਮਾਟੇ ਨਹੀਂ ਕਰਾਉਣੇ ਤੁਹਾਨੂੰ। ਜੱਜ ਦਾ ਵਿਚਾਰ। ਹਰਮਨ ਜੀ, ਹੁਣ ਨਾ ਕਈ ਲੋਕ ਕਹਿਣਗੇ ਵੀ ਕਿਸਾਨ ਮੂਹਰੇ ਆਉਣ, ਕਿਸਾਨ ਸੰਘਰਸ਼ ਕਰਨ ਕਿਉਂਕਿ ਟੋਲ ਟੈਕਸ ਵੀ ਵਧਣ ਲੱਗਾ। ਓਹੋ, ਪੰਜਾਬ ਦੇ ਵਿੱਚ ਤੇ ਭਾਰਤ ਦੇ ਵਿੱਚ ਤੇਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ। 100 ਤੋਂ ਪਾਰ ਹੋ ਗਿਆ ਪੈਟਰੋਲ। ਪਹਿਲਾਂ ਕਹਿੰਦੇ ਸੀ ਵੀ ਰੂਸ ਨੇ ਕਰਤਾ ਹਮਲਾ ਯੂਕਰੇਨ ਤੇ। ਇੱਕ ਹੋਰ ਕਮਾਲ ਦੀ ਗੱਲ ਦੱਸਦਾ, ਨਵੰਬਰ ਮਹੀਨਾ 2021 ਦਾ, ਉਦੋਂ ਉਪ ਚੋਣਾਂ ਦੇ ਨਤੀਜੇ ਆਏ ਸੀ, ਜ਼ਿਮਨੀ ਚੋਣਾਂ ਦੇ ਵੱਖ-ਵੱਖ ਸੂਬਿਆਂ 'ਚ। ਉੱਥੇ ਕੇਂਦਰ ਦੀ ਸਰਕਾਰ ਵਾਲਿਆਂ ਦੀ, ਬੀਜੇਪੀ ਦੀ ਹਾਲਤ ਮੰਦੜੀ ਰਹੀ। ਉਹਨਾਂ ਨੇ 5 ਰੁਪਏ ਲੀਟਰ ਪੈਟਰੋਲ ਦੀ ਕੀਮਤ ਦੇ ਉੱਤੇ ਕੱਟ ਲਾਤਾ। 5 ਰੁਪਏ ਸਸਤਾ ਕੀਤਾ ਤੇ ਉਸ ਤੋਂ ਲੈ ਕੇ ਤੇ 10 ਮਾਰਚ ਤੱਕ, ਉਦੋਂ ਤੋਂ ਲੈ ਕੇ 10 ਮਾਰਚ ਤੱਕ ਤੇਲ ਦੀਆਂ ਕੀਮਤਾਂ ਨੂੰ ਬ੍ਰੇਕ ਲੱਗ ਗਈ। ਨਵੰਬਰ, ਦਸੰਬਰ, ਜਨਵਰੀ, ਫਰਵਰੀ ਤੇ ਮਾਰਚ, 5 ਮਹੀਨੇ ਲਗਭਗ ਤੇਲ ਦੀਆਂ ਕੀਮਤਾਂ ਦੇ ਉੱਤੇ ਬ੍ਰੇਕ ਲੱਗੀ ਰਹੀ। ਇਹਦੇ ਵਿੱਚ ਯੁੱਧ ਵੀ ਲੱਗ ਗਿਆ, ਯੁੱਧ ਸਿਖਰ ਤੇ ਵੀ ਪਹੁੰਚ ਗਿਆ ਤੇ ਥੱਲੇ ਵੀ ਥੋੜਾ ਜਿਹਾ ਆਉਣਾ ਸ਼ੁਰੂ ਹੋ ਗਿਆ। ਪਰ ਜਦੋਂ ਹੁਣ 10 ਮਾਰਚ ਨੂੰ ਨਤੀਜੇ ਆ ਗਏ ਤੇ ਨਤੀਜੇ ਆ ਗਏ ਬੀਜੇਪੀ ਦੇ ਪੱਖ ਦੇ ਵਿੱਚ ਤੇ ਤੇਲ ਦੀਆਂ ਕੀਮਤਾਂ ਫੇਰ ਵਧਣ ਲੱਗ ਪਈਆਂ। ਤੇ ਹੁਣ ਕੱਚੇ ਤੇਲ ਦੀ ਕੀਮਤ ਥੋੜੀ ਜਿਹੀ ਘਟੀ ਆ, $105 ਪ੍ਰਤੀ ਬੈਰਲ ਹੋ ਗਈ ਆ ਤੇ ਪਹਿਲਾਂ 113 ਤੱਕ ਪਹੁੰਚ ਗਈ ਸੀ, 117 ਤੱਕ ਪਹੁੰਚ ਗਈ ਸੀ। ਤੇ ਉਦੋਂ ਤਾਂ ਤੇਲ ਦੀ ਕੀਮਤ ਵਧੀ, ਮੰਨ ਗਏ, ਹੁਣ ਤਾਂ ਘਟੀ ਜਾਂਦੀ। ਹੁਣ ਘਟਦੀ ਕਿਉਂ ਨਹੀਂ? ਹੁਣ ਭਾਰਤ ਦੇ ਵਿੱਚ ਕਿਉਂ ਵਧੀ ਜਾਂਦੀ ਹੈ? ਤੇਲ ਕੰਪਨੀਆਂ ਆਪਦੇ ਉਹ 5 ਮਹੀਨੇ ਪੂਰੇ ਕਰ ਰਹੀਆਂ ਵੀ ਜਿਵੇਂ ਦਮ ਘੁੱਟ ਕੇ ਅਸੀਂ ਬੈਠੇ ਰਹੇ ਹਾਂ ਤੇ ਹੁਣ ਕੋਈ ਕੁਝ ਨਹੀਂ ਬੋਲਦਾ।
ਕਿਸਾਨ ਬੋਲਣਗੇ। ਹਾਂ, ਕਿਸਾਨਾਂ ਨੇ ਕਿਉਂਕਿ ਧਰਨਾ ਕਿਸਾਨ ਹੀ ਲਾਉਣਾ ਤੇਲ ਫੂਕਦੇ ਆ ਜੀ। ਬਾਕੀ ਤਾਂ ਸਾਰੇ ਮੋਏ ਆ ਇੱਥੇ। ਜ਼ਿੰਮੇਵਾਰੀ ਕਿਸਾਨਾਂ ਦੀ ਹੈ ਨਾ, ਸਿਰਫ ਕਿਸਾਨਾਂ ਨੂੰ ਤਾਂ ਲੋੜ ਹੈ ਤੇਲ ਦੀ। ਆਪਾਂ ਥੋੜੀ, ਆਪਾਂ ਤਾਂ ਤੁਰ ਕੇ ਜਾਂਦੇ ਆ, ਕਿਸਾਨਾਂ ਨੇ ਟਰੈਕਟਰਾਂ 'ਚ ਪਵਾਉਣਾ ਹੁੰਦਾ। ਤੇ ਹੁਣ ਅਗਲੀ ਗੱਲ ਸੁਣ ਲਓ, ਆ 1 ਅਪ੍ਰੈਲ ਤੋਂ ਹਰਿਆਣੇ ਤੇ ਪੰਜਾਬ ਦੇ ਵਿੱਚ ਟੋਲ ਟੈਕਸ ਦੀ ਕੀਮਤ ਵਧਣ ਲੱਗੀ ਹੈ ਜੀ। ਬਿਲਕੁਲ ਟੋਲ ਟੈਕਸ ਦੇ ਵਿੱਚ ਵਾਧਾ ਹੋਣ ਲੱਗਾ 10 ਤੋਂ ਲੈ ਕੇ 18% ਤੱਕ। ਬਿਲਕੁਲ ਸਹੀ। 10 ਤੋਂ ਲੈ ਕੇ 18% ਦੀ ਕੋਈ ਛੋਟੀ ਗੱਲ ਨਹੀਂ ਗੀ। ਤੇ ਕੋਈ ਗੱਲ ਨਹੀਂ ਟਾਣਾ ਸਾਹਿਬ, ਆਪੇ ਕਿਸਾਨ ਜਾ ਕੇ ਟੋਲ ਪਲਾਜ਼ਿਆਂ ਦੇ ਉੱਤੇ ਬੈਠ ਜਾਣਗੇ, ਉੱਥੇ ਲਾ ਲੈਣਗੇ ਬਾਕੀ ਧਰਨਾ। ਮੈਨੂੰ ਇਹ ਦੱਸੋ ਵੀ ਜਿਹੜੀਆਂ ਤੇਲ ਦੀਆਂ ਕੀਮਤਾਂ ਦੇ ਲਈ ਤਾਂ ਬਹਾਨਾ ਹੋ ਗਿਆ, ਭਾੜੇ ਦੇ ਵਿੱਚ ਬਹਾਨਾ ਹੋ ਗਿਆ ਜੀ। ਵੀ ਭਾਈ ਤੇਲ ਵੱਧ ਗਿਆ, ਕੀਮਤ ਵੱਧ ਗਈ, ਅਸੀਂ ਕਰਗੇ। ਇਹ ਟੋਲ ਦੀਆਂ ਕੀਮਤਾਂ ਕਾਹਤੋਂ ਵੱਧ ਗਈਆਂ? ਇਹ ਵੀ ਅੱਗੇ ਨੂੰ ਭਾਈ ਦਾ ਤੇਲ ਤੇ ਆਹ ਵੀ ਇਹ ਵੀ ਤੇਲ ਤੇ ਲੱਗਿਆ ਹੋਇਆ ਤੁਸੀਂ ਇੱਕ ਥਾਂ ਤੇ ਆਪਦਾ ਅੱਡਾ ਗੱਡਾ ਲਾਇਆ ਹੋਇਆ, ਜੀ। ਗੁੰਡਾ ਟੈਕਸ ਵਾਲੀ ਗੱਲ ਬਣੀ ਪਈ ਆ। ਤੁਸੀਂ ਲੋਕਾਂ ਨੂੰ ਲੰਘਦੇ ਨੂੰ ਪਰਚੀ ਫੜਾ ਦਿੰਦੇ ਆ, ਫਿਰ ਡਾਂਗ ਜੀ ਤੁਹਾਨੂੰ ਚੱਕੀ ਜਾਂਦੀ ਐ ਇੰਜ ਕਰਕੇ। ਤੇ ਹੁਣ ਕਹਿੰਦੇ ਵੀ ਸਾਡਾ ਵੀ ਭਾਅ ਵੱਧ ਗਿਆ, ਤੁਹਾਡਾ ਕਾਹਤੋਂ ਵੱਧ ਗਿਆ? ਹੋਰ ਤਾਂ ਹੋਰ, ਆ ਫਾਸਟੈਗ ਵਾਲਾ ਨਵਾਂ ਹੀ ਪੰਗਾ ਟਾਣਾ ਸਾਹਿਬ। ਉਹ ਕਹਿੰਦੇ ਕਿ ਜੇਕਰ ਫਾਸਟੈਗ ਨਹੀਂ ਲੱਗਿਆ ਤਾਂ ਦੁੱਗਣਾ ਪੈਸਾ ਵਸੂਲਿਆ ਜਾ ਰਿਹਾ ਕੱਲੇ ਬੰਦੇ ਤੋਂ। ਬਹੁਤ ਸਾਰੇ ਲੋਕਾਂ ਨੂੰ ਫਾਸਟੈਗ ਬਾਰੇ ਅਜੇ ਵੀ ਪੂਰੀ ਜਾਣਕਾਰੀ ਨਹੀਂ ਆ। ਬਹੁਤ ਸਾਰੇ ਲੋਕ ਜਿਹੜੇ ਆ, ਮਤਲਬ ਇਹ ਕੋਈ ਧੱਕਾ ਥੋੜੀ ਆ ਵੀ ਜੇ ਫਾਸਟੈਗ ਨਹੀਂ ਲਵਾਇਆ ਤਾਂ ਤੁਸੀਂ ਕੈਸ਼ ਦੇ ਉੱਪਰ ਉਹਨਾਂ ਨੂੰ ਓਨੇ ਦੀ ਪਰਚੀ ਦਿਓ। ਇਹ ਥੋੜੀ ਆ ਕਿ ਉਹ ਸੜਕ ਵਾਧੂ ਯੂਜ਼ ਕਰ ਰਿਹਾ ਇਸ ਲਈ ਤੁਸੀਂ ਉਹਦੇ ਤੋਂ ਵੱਧ ਪੈਸੇ ਲੈ ਰਹੇ ਹੋ। ਕੋਈ ਨਹੀਂ ਬੋਲਦਾ, ਸਾਰੇ ਉਦਾਂ ਹੀ ਲੰਘੀ ਜਾਂਦੇ ਨੇ। ਹੁਣ ਉਹ ਫਿਰ ਕਿਸਾਨਾਂ ਨੂੰ ਉਡੀਕ ਰਹੇ ਨੇ ਵੀ ਜਿੱਦਾਂ ਪਹਿਲਾਂ 1 ਸਾਲ ਜਿਹੜਾ ਉਹ ਕਿਸਾਨ ਬੈਠੇ ਰਹੇ ਨੇ ਟੋਲ ਪਲਾਜ਼ਿਆਂ ਦੇ ਉੱਪਰ, ਉਦੋਂ ਕਹਿੰਦੇ ਬੜੀ ਮੌਜ ਲੱਗੀ ਹੋਈ ਸੀ। ਕਿਸਾਨਾਂ ਦੇ ਸੰਘਰਸ਼ ਦੇ ਕਰਕੇ ਮੌਜ ਮਾਣੀ ਸਾਰਿਆਂ ਨੇ ਜੀ, ਤੇ ਸੰਘਰਸ਼ ਕੀਤਾ ਇਕੱਲੇ ਕਿਸਾਨਾਂ ਨੇ। ਬਿਲਕੁਲ। ਹੁਣ ਚੀਕ ਨਿਕਲੂਗੀ ਸਾਰਿਆਂ ਦੀ ਤੇ ਕਿਸਾਨ ਹੀ ਫਿਰ ਸੰਘਰਸ਼ ਕਰਨਗੇ। ਤੇ ਕਿਸਾਨ ਇਕੱਲੇ ਹੀ ਕਿਉਂ ਕਰਨਗੇ? ਕਦੇ ਇਹ ਵੀ ਸੋਚ ਕੇ ਦੇਖਿਓ, ਕੀ ਇਕੱਲੇ ਕਿਸਾਨਾਂ ਦੇ ਕੋਲ ਹੀ ਕਾਰਾਂ ਜੀਪਾਂ ਜੀ? ਕੀ ਇਕੱਲੇ ਕਿਸਾਨਾਂ ਦੇ ਕੋਲ ਹੀ ਆ ਇਹੋ ਜਿਹੇ 4 ਪਹੀਆ ਵਾਹਨ, 6 ਪਹੀਆ ਵਾਹਨ? ਮੈਨੂੰ ਲੱਗਦਾ ਹੈ ਕਿ ਇੱਕ ਚੀਜ਼ ਹੈ ਜਿਹੜੀ ਕੱਲੀ ਸ਼ਾਇਦ ਕਿਸਾਨਾਂ ਦੇ ਕੋਲ ਜਾਂ ਕੁਝ ਕੁ ਲੋਕਾਂ ਦੇ ਹੋਰ ਹੋਊਗੀ ਕੋਲ, ਹੋਰ ਬਾਕੀ ਜਿਹੜੇ ਮੋਏ ਨੇ ਉਹਨਾਂ ਦੇ ਵਿੱਚ ਤਾਂ ਹੈ ਨਹੀਂ, ਉਹ ਹੈ ਜ਼ਮੀਰ। ਸ਼ਾਇਦ ਉਹ ਜ਼ਮੀਰ ਕੱਲੀ ਕਿਸਾਨਾਂ 'ਚ ਤੇ ਕੁਝ ਕੁ ਲੋਕਾਂ ਦੇ ਵਿੱਚ। ਤੇ ਆਪਾਂ ਸਿਰਫ ਇਸ ਗੱਲ ਦੇ ਉੱਤੇ ਨੁਕਸ ਕੱਢਣ ਨੂੰ ਆ ਵੀ ਕਿਸਾਨ ਲੜ ਪਏ। ਆਪਾਂ ਤਾਂ ਜਿਵੇਂ ਬਹੁਤ ਹੀ ਚੁੱਪ ਕੀਤੀ ਪ੍ਰਤਿਭਾ ਦੇ ਮਾਲਕ ਹੁੰਨੇ ਆ, ਘਰ 'ਚ ਆਪਾਂ ਤਾਂ ਬੋਲਦੇ ਕਦੇ ਕਿਸੇ ਨਾਲ ਕਦੇ ਲੜੇ ਨਹੀਂ ਗਏ, ਨਾ ਸਾਨੂੰ ਕੋਈ ਲੜਨਾ ਹੀ ਆਉਂਦਾ। ਸਾਡੇ ਵਰਗਾ ਤਾਂ ਸ਼ਾਂਤ ਹੀ ਬੰਦਾ ਕੋਈ ਨਹੀਂ, ਠੀਕ ਆ। ਕਿਸਾਨ ਲੜ ਪਏ, ਇਹਨਾਂ ਦਾ ਕੀ ਬਣਨਾ? ਸਾਨੂੰ ਪਹਿਲਾਂ ਹੀ ਪਤਾ ਸੀ। ਉਹ ਨਹੀਂ ਲੜ ਪਏ, ਉਹਨਾਂ ਨੇ ਫੇਰ ਕਹਿਤਾ ਵੀ ਅਸੀਂ ਸੰਘਰਸ਼ ਕਰਦੇ ਆ। ਤੁਸੀਂ ਤਾਂ ਨਹੀਂ ਲੜੇ, ਕਰ ਲਓ ਸੰਘਰਸ਼। ਬਿਲਕੁਲ। ਚੁੱਪ ਕਾਹਤੋਂ ਬੈਠੇ ਹੋ? ਹਾਂ, ਕਰੋ ਹੁਣ, ਕਰੋ ਆਵਾਜ਼ ਬੁਲੰਦ ਆਪਣੀ, ਸਾਰਿਆਂ ਨੂੰ ਇੱਕੋ ਜਿਹਾ ਨਾਲੇ ਡਾਕਾ ਮੇਰੀ ਪਿਆ। ਉਹਨਾਂ ਕਿਸਾਨਾਂ ਨੂੰ ਵੀ ਬੇਨਤੀ ਹੈ ਜਿਨ੍ਹਾਂ ਦੇ ਬਾਰੇ ਲੋਕ ਸਭਾ ਦੇ ਵਿੱਚ ਕਿਹਾ ਵੀ ਭਾਈ 86% ਦੀ ਕਿਸਾਨ ਸੰਗਠਨ ਇਹਨਾਂ ਖੇਤੀ ਕਾਨੂੰਨਾਂ ਦੇ ਪੱਖ ਦੇ ਵਿੱਚ ਸਨ। ਉਹਨਾਂ 86% ਦੇ ਵਿੱਚੋਂ ਸਿਰਫ 86 ਜਣਿਆਂ ਨੂੰ ਬੇਨਤੀ ਹੈ ਤੁਸੀਂ ਵੀ ਕਦੇ ਕਿਸੇ ਟੋਲ ਪਲਾਜ਼ੇ ਤੇ ਬੈਠੋ, ਸੰਘਰਸ਼ ਕਰੋ। ਤੁਹਾਡੀ ਕਾਰ ਲੰਘਣ ਦੇ ਵੇਲੇ ਵੀ ਟੈਕਸ ਲੱਗਣਾ। ਨਾ ਟੋਲ ਪਲਾਜ਼ੇ ਵੀ ਛੱਡੋ, ਤੁਸੀਂ ਆਪਣੇ ਹੱਕਾਂ ਲਈ ਤਾਂ ਸੰਘਰਸ਼ ਕਰੋ। ਤੁਸੀਂ ਹੱਕ 'ਚ ਸੀ, ਤੁਸੀਂ ਖੇਤੀ ਕਾਨੂੰਨਾਂ ਦੇ ਹੱਕ 'ਚ ਰਹੇ ਹੋ ਤਾਂ ਉਹਦੇ ਲਈ ਤਾਂ ਸੰਘਰਸ਼ ਕਰੋ ਨਾ। ਤਾਂ ਜੋ ਤੁਸੀਂ ਕਹਿੰਦੇ ਹੋ ਵੀ ਇਹ ਤਾਂ ਚੰਗੇ ਹੀ ਬੜੇ ਸੀ, ਜਿਨ੍ਹਾਂ ਨੂੰ ਮਾੜੇ ਲੱਗਦੇ ਸੀ ਉਹਨਾਂ ਨੇ ਤਾਂ ਵਾਪਸ ਕਰਾ ਲਏ, ਉਹਨਾਂ ਨੇ ਸੰਘਰਸ਼ ਕਰ ਲਿਆ। ਹੁਣ ਜਿਨ੍ਹਾਂ ਨੂੰ ਚੰਗੇ ਲੱਗਦੇ ਉਹ ਕਿਤੇ ਨਜ਼ਰ ਹੀ ਨਹੀਂ ਆਉਂਦੇ ਪਏ। ਬਿਲਕੁਲ, ਮੈਂ ਤਾਂ ਹੈਰਾਨ ਆ ਵੀ ਹੋਈ ਕੀ ਜਾਂਦਾ। ਤੇ ਬੋਲੇ ਕੌਣ? ਸਿਰਫ ਇੱਕ ਧਿਰ, ਕਿਸਾਨ। ਇਹ ਮਾੜੇ ਵੀ ਆ, ਇਹ ਬੋਲਣ ਵੀ, ਹੋਰ ਕੋਈ ਬੋਲਦਾ ਵੀ ਨਹੀਂ। ਭਾਈ ਚੰਗਿਓ ਤੁਸੀਂ ਬੋਲ ਪੋ, ਉਹ ਮਾੜੇ ਆ ਮੰਨ ਗਏ, ਤੁਸੀਂ ਚੰਗੇ ਆ, ਦੁੱਧ ਧੋਤੇ ਹੋ, ਬੋਲੋ, ਮਿਹਨਤ ਆ। ਅਸੀਂ ਉਡੀਕ 'ਚ ਹਾਂ। ਜੱਜ ਦਾ ਵਿਚਾਰ। ਪ੍ਰਾਈਮ ਏਸ਼ੀਆ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਚਾਹ ਦਾ ਵਿਚਾਰ ਵੇਖ ਰਹੇ ਹੋ ਤੁਸੀਂ। ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ। ਤੇ ਹੁਣ ਅਗਲੀਆਂ ਖਬਰਾਂ ਵੱਲ ਵਧੀਏ ਟਾਣਾ ਸਾਹਿਬ। ਬਿਲਕੁਲ ਜੀ, ਵਧੋ। ਕੀ ਹੋਇਆ, ਅੱਖਾਂ ਬੰਦ ਕਰੀ ਬੈਠੇ ਹੋ? ਵੈਸੇ ਸੁਸਤੀ ਜੀ ਪੈ ਜਾਂਦੀ ਕਦੇ ਨਾ। ਅੱਛਾ, ਵਿਚਾਰਾਂ ਦੀ ਧਾਰ ਆ ਜਿਹੜੀ ਥੋੜੀ ਜਿਹੀ ਠੰਡੀ ਹੋ ਜਾਂਦੀ ਆ। ਅੱਛਾ ਜੀ। ਹਾਂ, ਚਲੋ ਕੋਈ ਗੱਲ ਨਹੀਂ। ਉਹਦਾ ਗਰਮੀ 'ਚ ਸੁਸਤੀ ਪੈਂਦੀ ਵੀ ਵਾਲੀ ਬੰਦੇ ਨੂੰ। ਸਹੀ ਗੱਲ। ਲੱਸੀ ਦੇ ਪੀਤੇ ਹੁਣ 2 ਗਲਾਸ ਡੜਾਏ ਹੋ ਕੇ ਪਿਆ ਹੋਵੇ, ਕੋਈ ਨਾ ਬੁਲਾਵੇ। ਹਾਂ, ਪਤਾ ਹੀ ਨਾ ਲੱਗੇ ਬਸ। ਬਿਲਕੁਲ ਸਹੀ ਗੱਲ ਆ। ਬੰਦਾ ਬਸ ਢਿੱਡ ਹੀ ਆ, ਦੇਖੋ ਢਿੱਡ ਦਾ ਫਿਕਰ ਆ ਜਿਹੜਾ, ਮੈਨੂੰ ਲੱਗਦਾ ਉਹ ਕੀ ਕੁਛ ਕਰਾਈ ਜਾਂਦਾ ਹੈ ਨਾ। ਸਭ ਤੋਂ ਨਸ਼ੀਲੀ ਚੀਜ਼ ਹੀ ਲੱਸੀ ਹੁੰਦੀ ਹੈ ਨਾ। ਇੱਕ ਵਾਰ ਪੀਓ ਸਹੀ, ਠੰਡੀ ਠਾਰ ਜੀ। ਬਸ ਸਰਕਾਰ ਕਹਿੰਦੀ ਅਸੀਂ ਨਸ਼ਾ ਤਸਕਰ ਬੰਦ ਕਰ ਦੇਣੇ ਆ, ਇੱਥੇ ਲੱਸੀ ਵਾਲੇ ਲੱਗਦੇ ਫੜੇ ਜਾਣ ਹੁਣ। ਹਾਂ, ਨਹੀਂ ਕਹਿੰਦੇ ਸਭ ਤੋਂ ਨਸ਼ੀਲੀ ਚੀਜ਼ ਲੱਸੀ ਹੁੰਦੀ ਆ। ਮੈਂ ਤਾਂ ਨੀਂਦ ਵਾਲੇ ਪਾਸਿਓਂ ਕਹਿ ਰਹੀ ਹਾਂ ਵੀ ਤੁਸੀਂ ਪੀ ਕੇ ਤਾਂ ਵੇਖੋ ਕਿਤੇ, ਗਰਮੀ ਹੋਵੇ ਜਿੰਨੀ ਮਰਜ਼ੀ, ਤੇ ਉਹਦੇ ਵਿੱਚ 2 ਗਲਾਸ ਠੰਡੇ ਲੱਸੀ ਦੇ ਪੀ ਲਓ, ਬਸ ਫਿਰ ਕਿਤੇ ਪਤਾ ਲੱਗਦਾ ਬੰਦੇ ਨੂੰ। ਫਿਰ ਬਸ ਨਾ ਭੁੱਲੇ ਜੇ ਬਣ ਕੇ ਬੇਸ਼ਰਮ ਜੇ ਹੋ ਕੇ ਪੈ ਜਾਓ, ਵਾਜਾ ਮਰੀ ਜਾਣ, ਉੱਠ ਖੜ ਵੇ ਉੱਠ ਖੜ। ਧਾਰਾਂ ਚੋ ਲੈ, ਪੱਠੇ ਵੱਢ ਲਿਆ ਹਨਾ, ਪਾਣੀ ਪਿਆ ਲੈ ਪਸ਼ੂਆਂ ਨੂੰ, ਕੁਛ ਨਾ ਸੁਣੋ, ਪਰਵਾਹ ਨਹੀਂ। ਫਿਰ ਬਸ ਫਿਰ ਮੈਨੂੰ 2-3 ਗੱਲਾਂ ਦਾ ਬੜਾ ਫਿਕਰ ਪਿਆ। ਕਾਹਦਾ? ਸਿੱਧੂ ਸਾਹਿਬ ਆ ਜਿਹੜੇ, ਉਹ ਫੇਰ ਇੱਕ ਤਾਂ ਸਰਗਰਮ ਹੋ ਗਏ ਆ। ਇਹ ਚਾਹੇ ਫਿਕਰ ਵਾਲੀ ਗੱਲ ਹੈ। ਫਿਕਰ ਵਾਲੀ ਗੱਲ ਇਹ ਵੀ ਪਹਿਲਾਂ ਵੀ ਹੋਈ ਸੀ ਨਾ। ਅੱਛਾ। ਦੂਜੀ ਗੱਲ ਇਹ ਆ ਵੀ ਗੁਰਮੀਤ ਰਾਮ ਰਹੀਮ ਦਾ ਸਾਰਾ ਟੱਬਰ ਬਾਹਰ ਜਾਣ ਲੱਗਾ, ਲੰਡਨ ਚਲੇ ਜਾਣਾ। ਲੰਡਨ ਉਹਨਾਂ ਨੇ। ਓਏ ਹੋਏ। ਹਾਂ, ਅੱਛਾ ਜੀ। ਤੇ ਇਹ 'ਚ ਫਿਕਰ ਵਾਲੀ ਕਿਹੜੀ ਗੱਲ ਹੈ? ਨਹੀਂ, ਮੈਂ ਤਾਂ ਵੇਖਦਾ ਵੀ ਭਾਈ ਹੋ ਕੀ ਰਿਹਾ, ਕਿੱਥੇ ਕਿਵੇਂ ਹੋ ਰਿਹਾ। ਪਰ ਮੈਨੂੰ ਉਹਨਾਂ ਦਾ
ਬਹਾਨਾ ਨਹੀਂ ਸਮਝ ਆਇਆ। ਉਹ ਕਹਿੰਦੇ ਕਿ ਬੱਚੇ ਜਿਹੜੇ ਨੇ ਉਹ ਵਿਦੇਸ਼ਾਂ ਦੇ ਵਿੱਚ ਸੈਟਲ ਹੋਣਾ ਚਾਹੁੰਦੇ ਨੇ, ਵਿਦੇਸ਼ਾਂ 'ਚ ਪੜ੍ਹਾਈ ਕਰਨਾ ਚਾਹੁੰਦੇ ਨੇ, ਪਰ ਮੈਂ ਤਾਂ ਅੱਜ ਤੱਕ ਵੇਖਿਆ ਨਹੀਂ ਸਾਡੇ ਪੰਜਾਬੀ ਕਿੰਨੇ ਪਰਿਵਾਰ, ਇਕੱਲੇ ਪੰਜਾਬੀ ਨਹੀਂ ਪੂਰੇ ਭਾਰਤ ਦੀ ਜੇ ਆਪਾਂ ਗੱਲ ਕਰ ਲਈਏ, ਕਿੰਨੇ ਬੱਚੇ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ਾਂ ਦੇ ਵਿੱਚ ਇਸ ਵੇਲੇ ਪੜ੍ਹਾਈ ਕਰਨ ਦੇ ਲਈ ਗਏ ਹੋਏ ਨੇ। ਉਹ ਤਾਂ ਸਾਰਾ ਟੱਬਰ ਨਹੀਂ ਜਾਂਦੇ। ਉਹ ਤਾਂ ਚਲੋ ਜੀ ਆਪ ਪੜ੍ਹਾਈ ਕਰਨ ਜਾਂਦੇ ਆ, ਜੀ ਪਹਿਲਾਂ ਉਹ ਇੱਥੋਂ ਹੀ ਕਾਲਜ ਦੀ ਚੋਣ ਕਰਦੇ ਆ, ਫਿਰ ਜਿਹੜਾ ਡਿਗਰੀ ਕੋਰਸ ਦੀ ਚੋਣ ਕਰਦੇ ਆ, ਫਿਰ ਉਹਨਾਂ ਨੇ ਕਿੱਥੇ ਰਹਿਣਾ ਉਹਦੀ ਚੋਣ ਕਰਦੇ ਆ। ਹਾਂ, ਮਤਲਬ ਬਹੁਤ ਲੰਬਾ ਸਾਰਾ ਪ੍ਰੋਸੈਸ ਆ। ਕਨਵੋਕੇਸ਼ਨ ਟਾਈਮ ਜਿਹੜੇ ਆਪਣੇ ਪੇਰੈਂਟਸ ਨੂੰ ਇਨਵੀਟੇਸ਼ਨ ਭੇਜਦੇ ਆ, ਆਉਂਦੀ ਹੈ ਮਾੜੀ ਬਿਲਕੁਲ ਸਹੀ ਜਾ ਰਹੇ ਹੋ, ਠੀਕ ਜਾ ਰਹੇ ਹੋ, ਸੱਚੀ ਮੁੱਚੀ ਸਹੀ ਆ, ਸੱਚੀ ਸਹੀ ਇਜ਼ਮ ਮਾਰ ਦੀ ਕੋਈ ਸਮੱਸਿਆ ਤਾਂ ਨਹੀਂ ਆਈ? ਨਾ ਬੋਲਿਆ ਹੀ ਨਹੀਂ ਤੁਸੀਂ, ਉਹ ਬੋਲਿਆ ਨਹੀਂ ਮੈਂ, ਤੁਸੀਂ ਸਿੱਧਾ ਕੌਣ ਮੈਂ ਕਹਿੰਦਾ ਐਵੇਂ ਗਲਤ ਨਾ ਕਿਤੇ ਲੱਗ ਜੇ ਮੈਂ ਚੱਕ ਹੀ ਦਿੱਤਾ। ਵੈਰੀ ਗੁੱਡ। ਹਾਂ, ਤੇ ਉਸ ਤੋਂ ਬਾਅਦ ਫਿਰ ਕਿਤੇ ਜਾ ਕੇ ਉਹ ਮਾਪਿਆਂ ਬਾਰੇ ਵਿਚਾਰੇ ਸੋਚਦੇ ਨੇ ਜਦੋਂ ਕਿਸ਼ਤਾਂ ਕੁਸ਼ਤਾਂ ਲੱਗ ਉਹਨਾਂ ਦੇ ਜਾਂਦੀਆਂ ਨੇ। ਸਤਿਕਾਰਯੋਗ ਮਾਪੇ ਆ ਜਿਹੜੇ ਉਹ ਵੀ ਫਿਰ ਉਹਨਾਂ ਦੇ ਕੋਲੇ ਜਾਂਦੇ ਆ ਜੀ, ਜਾਂ ਕਿਸੇ ਕਾਰਨ ਕਰਕੇ ਨਹੀਂ ਜਾਂਦੇਗੇ, ਪਰ ਉਹਨਾਂ ਨੂੰ ਉੱਥੇ ਬੁਲਾਇਆ ਜਾਂਦਾ, ਬਹੁਤੀ ਵਾਰੀ ਬੁਲਾ ਲੈਂਦੇ ਆ। ਬਿਲਕੁਲ। ਪਰ ਇੱਥੇ ਕਹਿੰਦੇ ਵੀ ਬੱਚੇ ਨਾਲ ਹੀ ਲੈ ਕੇ ਜਾਣੇ ਆ ਤੇ ਨਾਲ ਹੀ ਪੜਾਉਣੇ ਆ, ਚਲੋ ਮਰਜ਼ੀ ਆ ਜੀ, ਪੈਸੇ ਟਕੇ ਹੋਣਗੇ। ਪਰ ਗੱਲ ਇਹ ਹੈ ਨਾ, ਇਹਨਾਂ ਗੱਲਾਂ ਦਾ ਕਰਕੇ ਚਰਚਾ ਬਹੁਤ ਜ਼ਿਆਦਾ ਛਿੜੀ ਹੋਈ ਹੈ, ਵਿਵਾਦ ਵੀ ਆ ਤੇ ਚਰਚਾ ਵੀ ਕਈ ਤਰ੍ਹਾਂ ਦੀ ਆ। ਜੀ। ਪਿਛਲੇ ਕਈ ਦਿਨਾਂ ਤੋਂ ਖਬਰਾਂ ਆ ਰਹੀਆਂ ਵੀ ਖੱਖੜੀਆਂ ਕਰੇਲੇ ਹੋਈ ਜਾਣਾ ਡੇਰਾ, ਉੱਥੇ ਹਨੀਪ੍ਰੀਤ ਦੀ ਧਾਂਕਾ ਪੂਰੀ, ਬਾਕੀ ਕਿਸੇ ਦੇ ਪੈਰ ਨਹੀਂ ਲੱਗਦੇਗੇ। ਪਰ ਡੇਰਾ ਮੁਖੀ ਦੀ ਚਿੱਠੀ ਆਈ ਹੈ ਪਿਛਲੇ ਦਿਨੀ, ਉਹ ਚਿੱਠੀ ਦੇ ਵਿੱਚ ਇਹ ਗੱਲ ਕਹੀ ਹੈ ਵੀ ਸਾਰੇ ਠੀਕ ਆ। ਉਹ ਕਹਿੰਦੇ ਜਦੋਂ ਮੇਰੀ 21 ਦਿਨ ਦੀ ਫਰਲੋ ਮੁੱਕ ਗਈ ਸੀ ਨਾ, ਮੇਰੇ ਟੱਬਰ ਦੇ ਜੀ ਤੇ ਹਨੀਪ੍ਰੀਤ ਇਕੱਠੇ ਆਏ ਸੀ ਮੈਨੂੰ ਅੰਦਰ ਛੱਡਣ, ਕੋਈ ਬਾਤ ਨਹੀਂ ਐਸੀ। ਤੇ ਠੀਕ ਹੈ, ਕਿਸੇ ਨੂੰ ਕੋਈ ਸਮੱਸਿਆ ਥੋੜੀ ਹੈ। ਹਾਂ ਨਾ, ਮਤਲਬ ਇਹ ਵੀ ਬਾਹਰਲੇ ਮੁਲਕ ਦੇ ਵਿੱਚ ਸੈੱਟ ਹੋਣਾ ਟੱਬਰ ਨੇ ਹੁਣ, ਹਾਂਜੀ, ਤੇ ਕੋਈ ਗੱਲ ਨਹੀਂ। ਤੇ ਠੀਕ ਹੈ, ਅਗਲਿਆਂ ਦੀ ਮਰਜ਼ੀ ਹੈ ਭਾਈ, ਅਗਲਿਆਂ ਨੇ ਕਿੱਥੇ ਸੈੱਟ ਹੋਣਾ ਕਿੱਥੇ ਨਹੀਂ ਹੋਣਾ। ਵੈਸੇ ਨਾ ਲੋਕ ਵੀ ਐਵੇਂ ਸਵਾਦ ਲੈਣ ਲੱਗ ਜਾਂਦੇ ਨੇ। ਕਿਉਂ? ਹੋਰ ਕੀ ਹੈ ਵੀ ਅਗਲਿਆਂ ਦੀ ਮਰਜ਼ੀ, ਟੱਬਰ ਜਿੱਥੇ ਮਰਜ਼ੀ ਜਾ ਕੇ ਸੈੱਟ ਹੋਵੇ। ਪੰਜਾਬੀ ਨਵੇੜਤਾ। ਹਾਂ, ਲੰਡਨ ਛੱਡ ਕੇ ਉਹ ਮਤਲਬ ਚਾਹੇ ਕੈਨੇਡਾ ਜਾਣ, ਚਾਹੇ ਉਹ ਪਤਾ ਨਹੀਂ ਹੁਣ ਕਿਹੜੇ ਵਾਲੇ ਲੰਡਨ ਜਾ ਰਹੇ ਨੇ, ਕਿਉਂਕਿ ਲੰਡਨ ਵੀ ਬਹੁਤ ਨੇ। ਅੱਛਾ, ਤੁਹਾਨੂੰ ਪਤਾ ਨਹੀਂ ਟਾਣਾ ਸਾਹਿਬ? ਇੱਕ ਤੁਹਾਡੇ ਵਾਲੇ ਪਾਸੇ ਜਮਸ਼ੇਰ ਤੋਂ ਅੱਗੇ ਵੀ ਆ। ਆਹਾ, ਤੁਹਾਨੂੰ ਪਤਾ ਹੈ ਚੰਗੀ ਤਰ੍ਹਾਂ। ਕੈਨੇਡਾ ਦੇ ਵਿੱਚ ਵੀ ਲੰਡਨ ਆ। ਹਾਂ, ਤੇ ਉਧਰ ਇੰਗਲੈਂਡ 'ਚ ਵੀ ਇੱਕ ਲੰਡਨ ਆ। ਹਾਂ, ਲੰਡਨ ਬਹੁਤ ਸਾਰੀਆਂ ਥਾਵਾਂ ਤੇ ਨਹੀਂ ਪਰ ਇਹ ਇੰਗਲੈਂਡ ਵਾਲੇ ਲੰਡਨ 'ਚ ਜਾਣਗੇ। ਅੱਛਾ ਅੱਛਾ, ਚਲੋ ਕੋਈ ਗੱਲ ਨਹੀਂ, ਜਾ ਲੈਣ ਦੋ, ਠੀਕ ਹੈ। ਪਰ ਮੈਂ ਇੱਕ ਗੱਲ ਦੱਸਾਂ, ਐਤਕੀ ਭੁਲੇਖੇ ਬੜੇ ਨਿਕਲੇ। ਜਿਵੇਂ ਕਿ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਜਦੋਂ ਚੋਣਾਂ ਆ ਗਈਆਂ ਉਦੋਂ ਕਿਤੇ ਡੇਰੇ ਦੇ ਨਾਲ ਜੁੜੇ ਹੋਏ ਲੋਕ ਪਾਸਾ ਹੀ ਨਾ ਪਲਟ ਦੇਣ, ਐਤਕੀ ਕਿਸੇ ਦਾ ਕੋਈ ਪਾਸਾ ਨਹੀਂ ਪਲਟਿਆ ਗਿਆ। ਬਿਲਕੁਲ ਨਹੀਂ, ਕਈਆਂ ਦੇ ਪਲਟ ਗਏ। ਨਹੀਂ, ਉਹ ਤਾਂ ਪੱਕੇ ਤੌਰ ਤੇ ਪਲਟ ਗਏ ਨਾ, ਪਰ ਉਦਾਂ ਦੀਆਂ ਗੱਲਾਂ ਕਰਕੇ ਨਹੀਂ ਪਲਟੇ, ਵੀ ਡੇਰਿਆਂ ਦੇ ਪ੍ਰਭਾਵ ਕਰਕੇ ਕੋਈ ਪਾਸਾ ਨਹੀਂ ਪਲਟਿਆ। ਹਾਂ, ਬਿਲਕੁਲ ਸਹੀ ਹੈ। ਬਾਕੀ ਗੱਲ ਇਹ ਹੈ ਕਿ ਜਿੱਥੋਂ ਤੱਕ ਸਰਕਾਰ ਦੀ ਆਪਾਂ ਗੱਲ ਕਰ ਲਈਏ ਟਾਣਾ ਸਾਹਿਬ, ਤੇ ਇਸ ਵੇਲੇ ਸਰਕਾਰ ਵੱਲ ਵੀ ਨਜ਼ਰਾਂ ਸਾਰਿਆਂ ਦੀਆਂ ਪੂਰੀਆਂ ਟਿਕੀਆਂ ਹੋਈਆਂ ਨੇ, ਪੂਰਾ ਗਹਿ ਗੱਚ ਤਰੀਕੇ ਨਾਲ ਗੱਡੀਆਂ ਹੋਈਆਂ ਅੱਖਾਂ। ਹਾਂ, ਤੇ ਸਰਕਾਰ ਨੂੰ ਹੀ ਚਾਹੀਦਾ ਹੈ ਕਿ ਸਹੀ ਤਰੀਕੇ ਨਾਲ ਕੰਮ ਕਰੇ, ਕਿਤੇ ਐ ਨਾ ਹੋਏ ਜਿੱਧਰ ਭਾਂਡੇ ਪਲਟਾਏ ਨੇ ਕਿਤੇ ਇੱਧਰਲਾ ਵਾਲਾ ਵੀ ਮੁੱਦਾ ਪੈ ਜਾਵੇ। ਬਿਲਕੁਲ ਜੀ, ਅਸੀਂ ਆਸ ਕਰਦੇ ਹਾਂ ਵੀ ਸਰਕਾਰ ਚੰਗਾ ਕੰਮ ਕਰੂਗੀ, ਤੇ ਜੇ 4-5 ਮਹੀਨਿਆਂ ਦੇ ਵਿੱਚ ਚੰਗਾ ਕੁਝ ਨਾ ਹੋਇਆ ਤੇ ਲੋਕ ਫਿਰ ਆਪੇ ਨਤੀਜਾ ਦੇਣਗੇ। ਬਿਲਕੁਲ ਸਹੀ। ਲੋਕ ਨਹੀਂ ਚਾਹੁੰਦੇ ਵੀ ਅਸੀਂ ਇਹਨਾਂ ਨੂੰ ਵੀ ਰਵਾਇਤੀ ਪਾਰਟੀਆਂ 'ਚ ਸ਼ਾਮਲ ਕਰ ਲਈਏ। ਫਿਲਹਾਲ ਪਹਿਲੇ ਪ੍ਰਭਾਵ ਚੰਗੇ ਆ, ਤੇ ਅਗਲੇ ਪ੍ਰਭਾਵ ਚੰਗੇ ਹੋਣਗੇ ਜਾਂ ਨਹੀਂ ਹੋਣਗੇ ਇਹ ਸਮਾਂ ਬਿਆਨ ਕਰੂਗਾ। ਬਿਲਕੁਲ ਸਹੀ। ਜੱਜ ਦਾ ਵਿਚਾਰ। ਜੈਸੇ ਕੋ ਤੈਸਾ, ਟਿਟ ਫॉर ਟੈਟ। ਯਾ ਜੀ, ਟਿਟ ਫॉर ਟੈਟ ਦੀਆਂ ਗੱਲਾਂ ਬਹੁਤ ਸੁਣੀਆਂ। ਹਾਂਜੀ, ਪਰ ਅੱਜ ਜਿਹੜੀ ਖਬਰ ਆਈ ਉਹ ਸੱਚੀ ਮੁੱਚੀ ਟਿਟ ਫॉर ਟੈਟ ਆ। ਅੱਛਾ ਜੀ। ਜੈਸੇ ਕੋ ਤੈਸਾ, ਹਾਂਜੀ, ਜਿਹੋ ਜਿਹਾ ਕਰਦੇ ਆ ਉਹੋ ਜਿਹਾ ਭੁਗਤਦੇ ਆ। ਜਿਵੇਂ ਤੁਸੀਂ ਕਿਸੇ ਨਾਲ ਵਿਹਾਰ ਕੀਤਾ ਉਹੋ ਜਿਹਾ ਤੁਹਾਡੇ ਨਾਲ ਕਰਦਾ। ਬਿਲਕੁਲ। ਜੇ ਤੁਸੀਂ ਉਹਦੇ ਨਾਲ ਮਾੜਾ ਕੀਤਾ ਉਹ ਤੁਹਾਡੇ ਨਾਲ ਮਾੜਾ ਕਰਦਾ। ਜੇ ਤੁਸੀਂ ਉਹਨੂੰ ਕੋਈ ਪੋਲੀ ਜੀ ਗੱਲ ਕਹੀ ਆ ਅੱਗੋਂ ਪਿਆਰ ਨਾਲ ਬੋਲਦਾ। ਕੰਧ ਦੇ ਵਿੱਚ ਜਿਹੋ ਜੇ ਰਫ਼ਤਾਰ ਦੇ ਵਿੱਚ ਜਿੰਨੀ ਗਤੀ ਦੇ ਵਿੱਚ ਗੇਂਦ ਮਾਰੋਗੇ ਉਹ ਉਨੀ ਗਤੀ ਦੇ ਵਿੱਚ ਵਾਪਸ ਆਉਂਦੀ ਆ। ਤੇ ਜਿਨ੍ਹਾਂ ਦੇ ਘਰ ਸ਼ੀਸ਼ੇ ਦੇ ਹੁੰਦੇ ਆ ਉਹ ਦੂਜੇ ਦੇ ਘਰ ਦੇ ਵੱਲ ਪੱਥਰ ਨਹੀਂ ਮਾਰ ਦੇਗੇ। ਇਹ ਵੀ ਗੱਲ ਇਹਦੇ ਨਾਲ ਜੁੜੂਗੀ ਜਿਹੜੀ ਮੈਂ ਖਬਰ ਸਾਂਝੀ ਕਰੂੰਗਾ। ਟਾਣਾ ਸਾਹਿਬ, ਇੰਨੀ ਵਿਸਥਾਰ 'ਚ ਵਿਆਖਿਆ ਕਰਨ ਦੀ ਲੋੜ ਨਹੀਂ ਸੀ, ਪਤਾ ਲੱਗ ਗਿਆ ਸੀ ਜੈਸੇ ਕੋ ਤੈਸਾ। ਨਹੀਂ, ਫਿਰ ਮੇਰੀ ਪੂਰੀ ਗੱਲ ਨਹੀਂ ਨਾ ਹੋਈ ਅਜੇ, ਹਾਲੇ ਵੀ ਮੇਰੀ ਗੱਲ ਹਾਲੇ 5 ਮਿੰਟ ਲਾਉਂਗੇ। ਹਾਂਜੀ, ਆਜੋ ਆਜੋ। ਯੂਪੀ ਦੇ ਵਿੱਚ ਕੁੰਵਰਗਾਉਂ ਸਬ ਸਟੇਸ਼ਨ ਆ ਬਿਜਲੀ ਦਾ। ਹਾਂਜੀ, ਬਿਜਲੀ ਮਹਿਕਮੇ ਦਾ ਸਬ ਸਟੇਸ਼ਨ, ਉੱਥੇ ਅਜੇ ਨਾਂ ਦਾ ਲਾਈਨਮੈਨ। ਅੱਛਾ ਜੀ। ਉਹ ਕਿਤੇ ਕੋਈ ਬਿਜਲੀ ਦੇ ਵਿੱਚ ਕੋਈ ਡਿੱਕਾ ਡੁੱਕਾ ਪੈਦਾ ਹੋਇਆ, ਕਿਸੇ ਦਾ ਮੀਟਰ ਖਰਾਬ ਹੋਣਾ, ਜਾਂ ਕਿਤੇ ਕੋਈ ਟਰਾਂਸਫਾਰਮਰ 'ਚ ਕੋਈ ਨੁਕਸ ਪੈ ਗਿਆ, ਉਹਨੂੰ ਠੀਕ ਕਰਕੇ ਤੇ ਵਾਪਸ ਆਵੇ। ਰਾਹ ਦੇ ਵਿੱਚ ਲੱਗਿਆ ਪੁਲਿਸ ਦਾ ਨਾਕਾ, ਉਹਨੇ ਹੈਲਮਟ ਨਹੀਂ ਸੀ ਲਿਆ, ਸੀ ਤਾਂ ਗਲਤੀ, ਪਰ ਉਹਨੇ ਹੈਲਮਟ ਨਹੀਂ ਸੀ ਲਿਆ ਤੇ ਰਾਹ ਦੇ ਵਿੱਚ ਪੁਲਿਸ ਨੇ ਰੋਕ ਲਿਆ। ਉਹ ਕਹਿੰਦਾ ਦੇਖੋ ਜੀ ਕਿ ਮੈਂ ਨਾ ਚੱਲਿਆ ਬਿਜਲੀ ਠੀਕ ਕਰਕੇ, ਹੈਲਮਟ ਮੇਰਾ ਅੱਜ ਰਹਿ ਗਿਆ, ਮੇਰੇ ਤੋਂ ਹੋ ਗਈ ਗਲਤੀ ਤੇ ਮੈਨੂੰ ਜਾਣ ਦਿਓ। ਉਹ ਕਹਿੰਦੇ ਨਾ, ਕਾਨੂੰਨ तो भाई कानून है। हाँ, कानून के आगे तो कोई भी बड़ा नहीं है, सभी कानून के सामने एक जैसे हैं, चलान तो तेरा होगा। वो कहना होगा तो ठीक है, चलो भी ऐसा चल ही जाता। वो कहते ना अब ना चलेगा, हम तो सख्ती कर रहे हैं। लो जी, उन्होंने चलान कट के फरला कट के ਉਹਦੇ ਹੱਥ ਵਿੱਚ ਫੜਾਤਾ। ਆ ਚੱਕ ਕਹਿੰਦੇ, ਆ ਚੱਕ, ਹਾਂ ਲਿਆ ਨੋਟ, ਹਾਂਜੀ ਭੁਗਤ ਚਲਾਨ। ਹਾਂਜੀ, ਉਹ ਜੀ ਬੰਦੇ ਨੂੰ ਬੜਾ ਵੱਟ ਚੜਿਆ ਲਾਈਨਮੈਨ ਸਾਹਿਬ ਨੂੰ। ਉਹਨੇ ਜਾ ਕੇ ਆਪਦੇ ਮਹਿਕਮੇ ਵਿੱਚ ਗੱਲ ਕੀਤੀ ਵੀ ਯਾਰ ਤੁਹਾਡਾ ਲੁੱਟਿਆ ਗਿਆ, ਤੁਹਾਡੇ ਯਾਰ ਨਾਲ ਮਾੜੀ ਹੋਈ। ਹਾਂ, ਉਹ ਕਹਿੰਦੇ ਠੀਕ ਆ ਫਿਰ ਆ ਜਾਓ, ਹੋ ਕੇ ਇਕੱਠੇ ਚੱਲ ਗਏ। 8-7 ਜਣਿਆਂ ਨੇ ਗੱਡੀ ਕੱਢੀ ਤੇ ਪਲਾਸ ਚੱਕੇ ਤੇ ਪਹੁੰਚ ਗਏ ਪੁਲਿਸ ਥਾਣੇ। ਅੱਛਾ ਜੀ। ਉੱਥੇ ਇੱਕ ਕਨੈਕਸ਼ਨ ਛੱਡ ਕੇ ਜਿਹੜਾ ਕਿ ਜਾਇਜ਼ ਸੀ,
ਤੇ 12 ਕਨੈਕਸ਼ਨ ਨਜਾਇਜ਼ ਸੀ, ਸਾਰੇ ਕੱਟ ਉਹ ਸਾਰੇ ਕੱਟਤੇ। ਚਲੋ ਕਹਿੰਦੇ ਵੀ ਤੁਸੀਂ ਸਾਡੇ ਯਾਰ ਦਾ ਚਲਾਨ ਕੱਟਿਆ, ਆ ਚੱਕੋ ਕਨੈਕਸ਼ਨ, ਇਹਨੇ ਗਲਤੀ ਕੀਤੀ, ਹਾਂ। ਆ ਤੁਹਾਡੀਆਂ 12 ਗਲਤੀਆਂ ਸਾਹਮਣੇ ਆ, हाँ ਆ ਲਓ। कानून कानून ही है, हाँ ऐसे ही होना चाहिए। चलान तो होगा। अब तो चलान होगा, हाँ जी। अब तो पूरी प्रक्रिया के साथ ही तारें जुड़ेंगी। हाँ। अब तो जगमग जगमग तब होगी आए हाय जब हाय। आप ठीक तरीके से काम करोगे। क्या बात है। हाँ। बाकी गल्लां ਦੀਆਂ ਗੱਲਾਂ ਜਿਹੜੀ ਹਿੰਦੀ ਵਾਲੀ ਨੇਰੀ ਲਿਆਂਦੀ ਨਾ ਡਾੜਾ ਸਾਹਿਬ, मैं ऐसे ही करता ਮੈਂ हूँ, ਤੁਹਾਨੂੰ ਦੱਸਾਂ, ਤੁਸੀਂ ਮੈਨੂੰ ਆਦਾ वाट ਅੰਗਰੇਜ਼ੀ काट के ही छोड़ता हूँ। ਤੁਸੀਂ ਅੰਗਰੇਜ਼ੀ ਵਾਲੀ ਆਇਲਸ ਤੋਂ ਹੁਣ ਹਿੰਦੀ ਵਾਲੀ ਆਇਲਸ ਵੱਲ ਨੂੰ ਜਾ ਰਹੇ ਹੋ। ਅੱਛਾ। ਤੁਸੀਂ ਕੁਝ ਕਰੋਗੇ ਵੱਡੇ ਹੋ ਕੇ। ऐ ही आ फिर। ਉਹ ਮੈਨੂੰ ਭਾਈ ਨੇ ਕਾਹਦਾ ਕਹਿਤਾ ਵੀ ਭਾਈ ਆਪਾਂ ਹਿੰਦੀ ਵਾਲਾ ਚੈਨਲ ਸ਼ੁਰੂ ਕਰਨਾ। ਤੁਸੀਂ ਤਿਆਰੀਆਂ मैं चला की के। पता तनख्वाह ही बढ़ जे। हैं जी। हाँ जी। खबर दी खबर अब हिंदी में। अब हिंदी में क्या बात। सबसे पहले मौसम की हाल बयानी करते हैं। हाल बयानी आज की बूंदे हुंदा है? पड़ेंगी बूंदे। हाल बयानी की हुंदा है, मौसम के बारे में बताते हैं। मेरी मर्जी, अच्छा अच्छा दर्शक मेरे परिवार दे जी, उन्होंने पता ही है। अच्छा बूंदे पड़ेंगी, बूंदे आगे बूंदे पड़ेंगी। हाँ। कभी कभी वो छीटपट काफी कुछ होगा। ਅੱਧੀ ਹਿੰਦੀ ਰਾਜ ਹੀ ਰਹਿ ਗਈ। ਠੀਕ ਹੈ ਨਾ, ਉਹਨਾਂ ਨੂੰ ਵੀ ਪਤਾ ਵੀ ਚੈਨਲ ਨਵਾਂ। ਸੱਚੀ ਦੱਸਾਂ, ਇਹ ਜਿੱਦਾਂ ਕੰਨਾਂ ਦੇ ਹਥੋੜਿਆਂ ਵਾਂਗ ਵੱਜੀ ਆ ਨਾ, ਪੱਕਾ ਲੋਕ ਸੁਣਨਗੇ। ਅੱਛਾ। ਹਾਂ ਦੇਖਣਗੇ ਵੀ ਨਾਲ। ਬੂੰਦੇ ਪੜेंगी बूंदे। हाँ, पढ़ेंगी। हाँ हाँ, मगर पंजाब में अभी नहीं पढ़ेंगी। अच्छा हाँ, हिंदी च बोलना। हाँ पंजाब में तो वाडी होगी। और बात तो सुन लो। अच्छा अच्छा पंजाब में अभी बूंदे नहीं पड़ेंगी। हाँ जी। 7 दिन मौसम गर्म और खुश्क रहेगा। अच्छा और बिल्कुल बूंद नहीं पड़ेंगी। हाँ। गर्मी वाट काटेगी। वाट नहीं, हाँ, चिब काटेगी। चिप भी नहीं। हाँ। गर्मी बहुत होगी। बम बुलाएगी। नहीं नहीं ये भी हाँ। नहीं। पित्त काटेगी। आ जुड़े हाथ। हाँ। पहले ही ना चैनल बंद करा दो। हाँ, रोबड़े पड़ेंगे। ਜੱਜ ਦਾ ਵਿਚਾਰ। ਐਵੇਂ ਕਈ ਦਿਨਾਂ ਦਾ ਰੌਲਾ ਪਾਇਆ ਸੀ, ਪ੍ਰਧਾਨ ਨਵਾਂ ਚਾਹੀਦਾ, ਪ੍ਰਧਾਨ ਨਵਾਂ ਚਾਹੀਦਾ, ਪ੍ਰਧਾਨ ਨਵਾਂ ਚਾਹੀਦਾ, ਪ੍ਰਧਾਨ ਨਹੀਂ ਦਿੰਦੇ। ਸਿੱਧੂ ਸਾਹਿਬ ਪ੍ਰਧਾਨ ਹੀ ਆ। सिद्धू साहब को तो प्रधान उन्होंने ਉਹ ਕਹਿੰਦੇ इस्तीफा ਅਸਤੀਫਾ देता ਦਿੱਤਾ ਮਨਜ਼ੂਰ ਥੋੜੀ ਹੋਇਆ ਜੇ। है जी। ਜਿੰਨੀ ਦੇਰ ਤੱਕ ਅਸਤੀਫਾ ਮਨਜ਼ੂਰ ਨਹੀਂ ਹੁੰਦਾ, ਦਾਸ ਹੀ ਆ। हैं जी। हाँ जी। कौन कह गया है। ਇਹ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਕਿਹਾ। ਉਹ ਕਹਿੰਦੇ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦਿੱਤਾ, ਮੰਗਿਆ ਸੀ ਦਿੱਤਾ, ਪਰ ਜਿੰਨੀ ਦੇਰ ਤੱਕ ਮਨਜ਼ੂਰ ਨਹੀਂ ਹੁੰਦਾ ਪ੍ਰਧਾਨ ਤਾਂ ਇਹੀ ਨੇ। नहीं 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 ਜੇ ਉਹੀ ਪ੍ਰਧਾਨ ਨੇ ਤੇ ਫਿਰ ਨਾ ਰੌਲਾ ਕਿਹੜੀ ਗੱਲ ਦਾ ਪਾਇਆ ਸੀ। ਇਹੀ ਤਾਂ ਸਮਝ ਨਹੀਂ ਆਉਂਦੀ ਵੀ ਜੇਕਰ ਉਹੀ ਪ੍ਰਧਾਨ ਨੇ ਤੇ ਫਿਰ 8-9 ਜਣੇ ਭੱਜੇ ਕਦੋਂ ਫਿਰਦੇ ਵੀ ਪ੍ਰਧਾਨ ਮੈਂ ਬਣਨਾ। ਬਿਲਕੁਲ ਸਹੀ ਹੈ। ਨਾਲੇ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਸੀ ਕਿ ਰਾਜਾ ਵੜਿੰਗ ਹੋਰੀ ਬਣ ਸਕਦੇ ਨੇ ਜਾਂ ਸੁਖਜਿੰਦਰ ਸਿੰਘ ਰੰਧਾਵਾ ਬਣ ਸਕਦੇ ਨੇ ਜਾਂ ਹੋਰ ਕਈ ਸਾਰੇ ਨਾਂ ਜਿਹੜੇ ਆ ਉਹ ਇਸ ਕਤਾਰ ਦੇ ਵਿੱਚ ਸੀ ਕਿ ਇਹਨਾਂ ਦੇ ਵਿੱਚੋਂ ਕੋਈ ਵੀ ਕਾਂਗਰਸ ਦਾ ਪ੍ਰਧਾਨ ਬਣ ਸਕਦਾ। ਆ ਨਵੀਂ ਗੱਲ ਕੱਢ ਮਾਰੀ। ਬਸ ਐਂ ਹੀ ਹੁੰਦਾ। ਹਾਂਜੀ ਹਾਂਜੀ, ਸਿੱਧੂ ਸਾਹਿਬ ਇੱਕ ਵਾਰ ਫਿਰ ਸਰਗਰਮ ਹੋਏ ਆ। ਅੱਛਾ ਜੀ। ਕਦੇ ਸੁਲਤਾਨਪੁਰ ਲੋਧੀ, ਕਦੇ ਲੁਧਿਆਣੇ ਦੇ ਵਿੱਚ, ਕਦੇ ਕਿਤੇ ਉਹ ਆਪਦਾ ਇੱਕ ਸ਼ਕਤੀ ਪ੍ਰਦਰਸ਼ਨ ਕਰ ਰਹੇ ਆ। ਦਿਲ ਦੀ ਕੁੰਡੀ ਨਹੀਂ ਖੋਲਦੇ, ਹਾਂਜੀ ਮੂੰਹੋਂ ਕੁਝ ਨਹੀਂ ਬੋਲਦੇ। ਹਾਂ। ਬਸ ਉਹ ਕਹਿੰਦੇ ਵੀ ਐਸੇ ਕੋਈ ਬਾਤ ਨਹੀਂ ਕरेंगे, ਗੁਰੂ सब कुछ सामने ਉਹ आएगा। ਪੰਜਾਬੀ ਚ ਹੀ ਕਹਿੰਦੇ ਨੇ। हाँ, सारा कुछ सामने। जो हिंदी चैनल होंगे ना, हाँ जी। वो कहने आप हिंदी में बाइट दो, हाँ फिर जी। वो कहने गुरु सब कुछ सामने आएगा। वाह वाह। एक दिन सब कुछ सामने आएगा। हाँ जी जरूर आएगा। कोई ऐसी बात है नहीं। हाँ है नहीं कोई ऐसी बात नहीं बात है। नहीं है। हाँ। हाँ, ਇਦਾਂ ਦੀ ਗੱਲ ਹੁੰਦੀ ਆ। ਚਲੋ ਜਿਵੇਂ ਵੀ ਆ, ਜੋ ਵੀ ਗੱਲਬਾਤ ਆ, ਪਰ ਗੱਲ ਇਹ ਹੈ ਕਿ ਪ੍ਰਧਾਨਗੀ ਕਰਕੇ ਤਾਂ ਹੁਣ ਤੱਕ ਰੌਲਾ ਪਿਆ ਹੋਇਆ ਸੀ, ਕਿਉਂਕਿ ਜਦੋਂ ਤੋਂ ਕਾਂਗਰਸ ਹਾਰੀ ਆ ਉਸ ਤੋਂ ਬਾਅਦ ਵਿੱਚ ਇੱਕ ਦੂਸਰੇ ਦੇ ਉੱਪਰ ਦੋਸ਼ ਲਾਏ ਜਾ ਰਹੇ। ਕੋਈ ਕਹਿੰਦਾ ਪ੍ਰਧਾਨ ਜੀ ਕਰਕੇ ਹਾਰ ਗਏ, ਕੋਈ ਕਹਿੰਦਾ ਮੁੱਖ ਮੰਤਰੀ ਸਾਹਿਬ ਕਰਕੇ ਹਾਰ ਗਏ, ਕੋਈ ਕਹਿੰਦਾ ਸਾਬਕਾ ਮੁੱਖ ਮੰਤਰੀ ਨੂੰ ਪਾਸੇ ਕਰਨ ਕਰਕੇ ਹਾਰ ਗਏ, ਕੋਈ ਕੁਛ ਕਹੀ ਜਾਂਦਾ, ਕੋਈ ਕੁਛ ਕਹੀ ਜਾਂਦਾ। ਪਹਿਲਾਂ ਕਾਂਗਰਸ ਇੱਕ ਮੱਤ ਤਾਂ ਹੋ ਜੇ, ਇੱਕ ਮਤ ਹੋ ਜੇ, ਇੱਕ ਹੀ ਮਤ ਹੋ ਜੇ ਤੇ ਸਾਰੇ ਇਕੱਠੇ ਹੋ ਕੇ ਹਾਂ। ਤੇ ਇਹ ਗੱਲ ਦੇ ਉੱਤੇ ਸਿਰੇ ਦੇ ਉੱਤੇ ਪਹੁੰਚਣ ਜੀ। ਵੀ ਭਾਈ ਅਸੀਂ ਹਾਰੇ ਕਾਤੋਂ ਆ। ਹਾਂ ਸੋ ਪ੍ਰਧਾਨ ਤਾਂ ਕਿਸੇ ਨਾ ਕਿਸੇ ਨੇ ਬਣ ਹੀ ਜਾਣਾ। ਜੀ ਜਿਹੜੇ ਪਹਿਲਾਂ ਲੱਲਰ ਲਾਤੇ ਆਪਾਂ ਹੁਣ ਲਾ ਲਾਂਗੇ। ਬਿਲਕੁਲ ਸਹੀ ਹੈ ਹੈ। ਨਾ ਵਿਰੋਧੀ ਧਿਰ ਦਾ ਨੇਤਾ ਲੱਭ ਰਿਹਾ ਹਾਂ। ਹਨਾ, ਨਾ ਉਧਰ ਪ੍ਰਧਾਨ ਸਾਹਿਬ ਲੱਭ ਰਹੇ ਨੇ, ਨਾ ਉਧਰ ਜਿਹੜੇ ਬੰਦੇ ਹਾਰੇ ਸੀ ਉਹ ਲੱਭ ਰਹੇ ਨੇ। ਪਤਾ ਨਹੀਂ ਚੱਲ ਕੀ ਰਿਹਾ। ਚੰਨੀ ਸਾਹਿਬ ਕਿੱਥੇ ਬਣਤੇ, ਇਸ ਗੱਲ ਦਾ ਫਿਕਰ ਪਿਆ ਵੀ ਉਹ ਕਿੱਥੇ ਆ। ਪਤਾ ਨਹੀਂ ਟਾਣਾ ਸਾਹਿਬ, ਪਤਾ ਨਹੀਂ, ਸਮਝ ਨਹੀਂ ਆ। ਚੰਨੀ ਸਾਹਿਬ ਨਹੀਂ ਦਿਸਦੇ। ਹੋ ਸਕਦਾ ਉਹ ਲਾਲ ਬੋਤਲ ਦੇਖ ਰਹੇ ਹੋਣ ਕਿਹੜੀ? ਜਿਹਦੇ ਚ ਧਾਰਾਂ ਜੋਈਆਂ ਸੀ, ਹਾਂ, ਕਿ ਇਹ ਉਹ ਬੋਤਲ ਜਿਹਦੇ ਚ ਅਖੀਰਲੀ ਵਾਰ ਕਿਆ ਗੱਲ ਕਰਦੇ ਹੋ ਦਾਸ ਨੇ ਧਾਰ ਚੋਈ ਸੀ। ਹਾਂ, ਹਾਂ ਪਤਾ ਨਹੀਂ, ਬਸ ਸ਼ਾਇਦ ਮੌਕੇ ਦੱਸੂਗਾ ਕੀ ਬਣਦਾ। ਜੀ। ਪਰ ਭਾਈ ਕਾਂਗਰਸ ਦਾ ਹਾਲ ਮਾੜਾ। ਸਿੱਧੂ ਸਾਹਿਬ ਫਿਰ ਤੱਤੇ ਹੋ ਰਹੇ ਆ, ਹਾਂ। ਸਰਗਰਮ ਹੋ ਰਹੇ ਆ। ਜੀ। ਉਹ ਕਹਿੰਦੇ ਵੀ ਭਮੱਕੜ ਕਾਢ ਦੇਂਗੇ।
ਭਮੱਕੜ ਤੁਸੀਂ ਪਤਾ ਨਹੀਂ ਕਾਢੋਗੇ ਕਿ ਨਹੀਂ ਕਾਢੋਗੇ, ਲੋਕਾਂ ਬਾਰੇ ਜ਼ਰੂਰ ਸੋਚਿਓ। ਜਿਨ੍ਹਾਂ ਨੇ ਚਾਹੇ ਤੁਹਾਨੂੰ 1 ਵੋਟ ਪਈ ਹੈ, ਚਾਹੇ ਹਜ਼ਾਰਾਂ ਪਈਆਂ ਨੇ, ਚਾਹੇ ਲੱਖਾਂ ਪਈਆਂ ਨੇ, ਜਿੰਨੀਆਂ ਵੀ ਵੋਟਾਂ ਪਈਆਂ ਨੇ ਉਹ ਵੀ ਲੋਕਾਂ ਨੇ ਪਾਈਆਂ ਨੇ, ਚਾਹੇ ਹਾਰ ਗਏ ਹੋ ਚਾਹੇ ਜਿੱਤ ਗਏ ਹੋ, ਤੁਹਾਡੀ ਤਾਂ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਜਿਨ੍ਹਾਂ ਨੇ ਵੋਟਾਂ ਪਾਈਆਂ, ਜੇਕਰ ਉਹਨਾਂ ਨੂੰ ਕੋਈ ਸਮੱਸਿਆ ਹੈ, ਉਹਨਾਂ ਦਾ ਕੋਈ ਮੁੱਦਾ ਹੈ, ਤਾਂ ਤੁਸੀਂ ਉਹਨਾਂ ਦੀ ਸਮੱਸਿਆ ਦਾ ਹੱਲ ਕਰੋ। ਬਿਲਕੁਲ ਸਹੀ ਜੀ। ਤੇ ਬਾਕੀ ਆਪਾਂ ਹੁਣ ਚੱਲੀਏ। ਬਿਲਕੁਲ ਜੀ। ਤੇ ਇੱਕ ਮੇਰੀ ਪਰਿਵਾਰ ਨੂੰ ਫੇਰ ਬੇਨਤੀ, ਮੈਂ ਮੁੱਢ ਦੇ ਵਿੱਚ ਗੱਲ ਕਹੀ ਸੀ ਵੀ ਤੁਹਾਡਾ ਵੀ ਪਿੰਡਾਂ 'ਚ ਜੁੜ ਜਾਂਦਾ ਜਦੋਂ ਰਾਤ ਨੂੰ ਪੱਖਾ ਚਲਾ ਕੇ ਸੌਂਦੇ ਆ। ਮੇਰੇ ਦਿਮਾਗ 'ਚ ਆ ਸਾਰੀ ਗੱਲ। ਗੋਡੇ ਗੁੱਡੇ ਦੁਖਦੇ ਨੇ? ਗੋਡੇ ਅੱਗੇ ਮੇਰੇ ਦਾ ਆ ਪਟਾਕੇ ਨਿਕਲੇ ਨਾ, ਐ ਪਟਾਕੇ ਨਿਕਲਦੇ ਆ। ਇਹ ਜਦੋਂ ਪੱਖਾ ਕਰ ਲਈਏ ਨਾ 5 ਤੇ, ਹਾਂਜੀ, ਫਿਰ ਮੇਰਾ ਤਾਂ ਪਿੰਡਾਂ 'ਚ ਦੁਖਣ ਲੱਗ ਜਾਂਦਾ। ਤੁਸੀਂ 4 ਤੇ ਚਲਾ ਲਿਆ ਕਰੋ, 3 ਤੇ ਚਲਾ ਲਿਆ ਕਰੋ, ਫਿਰ ਮੱਛਰ ਚੱਕ ਕੇ ਲੈ ਜਾਓ ਮੈਨੂੰ। ਆਲ ਆਊਟ ਲਾਓ। ਉਹਦੇ ਉੱਤੇ ਹੀ ਲਿਖਿਆ ਹੁੰਦਾ 35 ਦਿਨ ਕੱਢਦਾ ਹਫਤਾ ਹੀ ਆ। ਆਹੇ ਚਾਹੇ ਹਫਤਾ ਕੱਢੇ, ਮੱਛਰ ਭਜਾਉਣੇ ਜ਼ਰੂਰੀ ਹੈ ਕਿ ਗੋਡੇ ਚੜਾਉਣੇ ਜ਼ਰੂਰੀ ਹੈ? ਠੀਕ ਆ। ਇੱਕ ਤਾਂ ਤੁਸੀਂ ਨਹੀਂ ਕਿਸੇ ਬੰਨੇ ਲੱਗਦੇ। ਠੀਕ ਆ। ਹਾਂਜੀ। ਤੇ ਦੱਸ ਦਿਓ ਜਿਹੜਾ ਸਵਾਲ ਮਹੱਤਵਪੂਰਨ ਸਵਾਲ ਹੈ ਨਾ ਤੁਹਾਨੂੰ ਪੁੱਛਿਆ, ਤੁਹਾਡੇ ਵੀ ਗਿੱਟੇ ਗੋਡੇ ਜੁੜਦੇ ਕਿ ਨਹੀਂ? ਹੋ ਸਕਦਾ ਹੈ ਜੇਕਰ ਕੋਈ IAS ਦੇ ਜਿਹੜੇ ਐਗਜ਼ਾਮਸ ਨੇ, ਪ੍ਰੀਖਿਆਵਾਂ ਦੀ ਤਿਆਰੀ ਕਰ ਰਿਹਾ ਹੋਵੇ ਤਾਂ ਉਹ 'ਚ ਵੀ ਇਹ ਸਵਾਲ ਆ ਜਾਏ। ਇਹਦਾ ਜਵਾਬ ਜ਼ਰੂਰ ਦਿਓ ਤੁਸੀਂ, ਸਾਨੂੰ ਉਡੀਕ ਰਹੇਗੀ ਤੁਹਾਡੀ ਪ੍ਰਤੀਕਿਰਿਆ ਦੀ। ਤੇ ਬਾਕੀ ਹੁਣ ਚੱਲੀਏ, ਜਾਣ ਦਾ ਵੇਲਾ ਹੋ ਗਿਆ ਜੀ। ਫਿਲਹਾਲ ਦੇ ਲਈ ਦੋਵਾਂ ਨੂੰ ਇਜਾਜ਼ਤ, ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।